ਵਾਹਿਗੁਰੂ ਸਾਹਿਬ ਜੀਓ। ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੈ ਕਰਾਇਆ। ਭਰੇ ਭੰਡਾਰ ਦਾਤਾਰ ਹੈ, ਸਾਧ ਸੰਗਤ ਦਾ ਦੇ ਦਿਵਾਇਆ। ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੈ ਕਰਾਇਆ। ਭਰੇ ਭੰਡਾਰ ਦਾਤਾਰ ਹੈ, ਸਾਧ ਸੰਗਤ ਦਾ ਦੇ ਦਿਵਾਇਆ। ਪਾਰ ਬ੍ਰਹਮ ਗੁਰ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਸਮਾਇਆ। ਜਗ ਭੋਗ ਜੋਗ ਧਿਆਨ ਕਰ, ਪੂਜਾ ਕਰੇ ਨਾ ਦਰਸ਼ਨ ਪਾਇਆ। ਸਾਧ ਸੰਗਤ ਪਿਓ ਪੁੱਤ ਹੈ ਹੋਏ, ਦਿੱਤਾ ਖਾਏ ਪਹਿਨੇ ਪਹਿਨਾਇਆ। ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਮਾਇਆ ਵਿੱਚ ਉਦਾਸ ਰਹਾਇਆ, ਮਾਇਆ ਵਿੱਚ ਉਦਾਸ ਰਹਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਦੀਨ ਦੁਨੀਆ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਭਾਗਸ਼ਾਲੀ ਹੋ ਕਿ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਇਸ ਅਮੋਲਕ ਜੀਵਨ ਨੂੰ, ਜੋ ਕਿ ਇੱਕ ਇੱਕ ਪਲ ਕਰਕੇ ਘਟਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ ਹੈ। ਅਤੇ ਸਤਿਗੁਰੂ ਕਹਿੰਦੇ ਵੀ ਬੜੇ ਹੀ ਜਨਮਾਂ ਤੋਂ ਬਾਅਦ ਇਹ ਸਮਾਂ ਮਿਲਿਆ, ਕਰੋੜਾਂ ਅਰਬਾਂ ਸਾਲਾਂ ਤੋਂ ਜਨਮਾਂ ਤੋਂ ਬਾਅਦ। ਉਸ ਕੀਮਤੀ ਸਮੇਂ ਨੂੰ ਇਸ ਵਕਤ ਵਰਤਮਾਨ ਵਿੱਚ ਆਪ ਜੀ ਹੋਰ ਇੱਧਰ ਉੱਧਰ ਸਮਾਂ ਗੁਜ਼ਾਰਨ ਵਾਲੀਆਂ ਥਾਵਾਂ ਤੋਂ ਬਚ ਕੇ ਗੁਰੂ ਕੀ ਹਜ਼ੂਰੀ ਵਿੱਚ ਪਹੁੰਚ ਕੇ ਇੱਕ ਇੱਕ ਪਲ ਗੁਰੂ ਨਾਨਕ ਦੀ ਦਰਗਾਹ ਵਿੱਚ ਲੇਖੇ ਵਿੱਚ ਰਜਿਸਟਰਡ ਕਰਾ ਰਹੇ ਹੋ, ਔਰ ਇਹ ਸਮਾਂ ਸਫਲ ਹੋ ਰਿਹਾ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਅੱਜ ਦੇ ਪ੍ਰਸੰਗ ਵਿੱਚ 6ਵੀਂ ਵਾਰ ਵਿੱਚ ਬਹੁਤ ਸਾਰੀਆਂ ਪੌੜੀਆਂ ਹਨ। ਤਕਰੀਬਨ ਇਹ ਵਾਰ ਦੇ ਵਿੱਚ ਆਪਾਂ 9-10 ਪੌੜੀਆਂ ਵਿਚਾਰਾਂਗੇ, ਕਿਉਂਕਿ ਇਹ 6ਵੀਂ ਵਾਰ ਬੜੀ ਮਹੱਤਵਪੂਰਨ ਹੈ। ਇਉਂ ਕਹਿ ਲਈਏ ਵੀ ਗੁਰਸਿੱਖ ਦੀ ਇੱਕ ਇੱਕ ਜੀਵਨ ਦੀ ਚਾਲ, ਜੀਵਨ ਦੀ ਕਿਰਿਆ, ਗੁਰਸਿੱਖ ਦੀ ਰਹਿਤ, ਰਹਿਣੀ ਬਹਿਣੀ, ਸੰਸਾਰ ਵਿੱਚ ਵਿਚਰਨਾ, ਗੁਰੂ ਨਾਲ ਨਾਤਾ ਜੋੜਨਾ, ਸਿੱਖੀ ਦੀ ਕਮਾਈ ਕਰਨੀ, ਕਮਾਈ ਕਰਕੇ ਪ੍ਰਾਪਤੀਆਂ ਹੋਣੀਆਂ। ਤਕਰੀਬਨ ਇਸ 6ਵੀਂ ਵਾਰ ਵਿੱਚ ਬੜੇ ਹੀ ਵਿਸਤਾਰ ਨਾਲ ਭਾਈ ਗੁਰਦਾਸ ਜੀ ਨੇ ਇੱਕ ਪੂਰੇ ਗੁਰਸਿੱਖ ਦੇ ਕਰਮ ਲਿਖੇ ਨੇ, ਸਾਨੂੰ ਵੀ ਕੰਮ ਦੇ ਸਕਦੇ ਨੇ। ਇਸ ਲਈ ਆਪਾਂ ਇਕਾਗਰ ਚਿੱਤ ਹੋ ਕੇ ਸੁਣਨਾ। 2 ਨੰਬਰ ਪੌੜੀ ਵਿੱਚ ਕਹਿੰਦੇ ਨੇ ਕਿ ਗੁਰੂ ਘਰ ਦੇ ਵਿੱਚ ਇੱਕ ਅਚਰਜ ਖੇਡ ਖੇਡੀ ਗਈ ਰੱਬ ਵੱਲੋਂ। ਗੁਰੂ ਨਾਨਕ ਦੇਵ ਜੀ
ਅਕਾਲ ਪੁਰਖ ਆਪ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕਰਕੇ ਇੱਥੇ ਸਰੀਰ ਧਾਰੀ ਹੋਏ ਨੇ। ਸਰੀਰ ਧਾਰਿਆ ਉਹਨਾਂ ਨੇ। ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਕਰਨ ਕਾਰਨ ਸਮਰੱਥ ਹਨ ਪੂਰੇ, ਪਰ ਉਹਨਾਂ ਨੇ ਇੱਕ ਵਿਧੀਵਤ ਇੱਕ ਸਿਸਟਮ ਬਣਾਇਆ ਆਪਣੇ ਸਮੇਂ ਵਿੱਚ। ਬਹੁਤ ਸੁਣਨ ਵਾਲੀ ਗੱਲ ਹੈ। ਬੜੇ ਸਮਰੱਥ ਸਨ ਗੁਰੂ ਨਾਨਕ ਦੇਵ ਜੀ, ਪਰ ਉਹਨਾਂ ਨੇ ਆਪਣੇ ਹੁੰਦਿਆਂ ਹੀ ਉਹਨਾਂ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿਸਟਮ ਸਾਨੂੰ ਕਰਕੇ ਵਿਖਾਇਆ। ਉਹ ਕਿਹੜਾ ਸੀ? ਗੁਰੂ ਨਾਨਕ ਦੇਵ ਜੀ ਆਪ ਰੱਬ ਰੂਪ ਸਨ ਤੇ ਦੇਹ ਧਾਰੀ ਹੋਏ, ਤੇ ਫਿਰ ਉਹਨਾਂ ਨੇ ਆਪਣੀ ਦੇਹ ਦੇ ਰਾਹੀਂ ਉਸ ਸੱਚ ਨੂੰ, ਉਸ ਸੰਦੇਸ਼ ਨੂੰ, ਉਸ ਸ਼ਬਦ ਨੂੰ ਪ੍ਰਗਟ ਕਰ ਦਿੱਤਾ ਜਗਤ ਵਿੱਚ ਵੀ ਰੱਬ ਕੀ ਕਹਿਣਾ ਚਾਹੁੰਦਾ ਹੈ, ਉਹਦੀ ਮਰਜ਼ੀ ਕੀ ਹੈ। ਉਹਨੂੰ ਬਾਣੀ ਵਿੱਚ ਲਿਖਿਆ ਤੇ ਫਿਰ ਇੱਕ ਕੰਮ ਕੀਤਾ ਵੀ ਸਤਿਗੁਰੂ ਨੂੰ ਪਤਾ ਸੀ ਵੀ ਮੈਂ ਦੇਹ ਸਦਾ ਇਸ ਤਰ੍ਹਾਂ ਪ੍ਰਗਟ ਪ੍ਰਤੱਖ ਨਹੀਂ ਰੱਖਣੀ। ਲਗਾਤਾਰ ਜਿਹੜੀ ਦੇਹ ਉਹਨਾਂ ਨੇ ਧਾਰੀ ਸੀ, ਉਹਨਾਂ ਨੇ ਭਾਈ ਗੁਰਦਾਸ ਜੀ ਕਹਿੰਦੇ ਇੱਕ ਕੰਮ ਕੀਤਾ। ਆਪਣਾ ਜਿਹੜਾ ਗਿਆਨ ਸੀ ਨਾ, ਗੁਰੂ ਦਾ ਸ਼ਬਦ ਜਿਹੜਾ ਸੰਦੇਸ਼ ਲੈ ਕੇ ਆਏ ਸਨ, ਤੇ ਰੱਬ ਦੀ ਜੋਤ ਸੀ ਜਿਹੜੀ, ਉਹ ਸਾਧ ਸੰਗ ਵਿੱਚ ਵਸਾ ਦਿੱਤੀ। ਸਾਧ ਸੰਗਤ ਵਿੱਚ ਜਿੱਥੇ ਤੁਸੀਂ ਬੈਠੇ ਹੋ, ਇੱਥੇ ਆਪਣੀ ਸਾਰੀ ਕਲਾ, ਜੋਤ ਦੀ ਸ਼ਕਤੀ ਤੇ ਜੁਗਤ 10 ਪਾਤਸ਼ਾਹੀਆਂ ਨੇ ਗੁਰਸਿੱਖਾਂ ਦੇ ਵਿੱਚ ਟਿਕਾ ਦਿੱਤੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਇਹੀ ਕੰਮ ਕੀਤਾ। ਉਹਨਾਂ ਨੇ ਜਿੰਨੀ 10 ਪਾਤਸ਼ਾਹੀਆਂ ਦੀ ਕਮਾਈ ਸੀ ਨਾ 240 ਸਾਲਾਂ ਦੀ, ਅੰਮ੍ਰਿਤ ਕੀ ਸੀ? ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਬਣਾਇਆ, ਉਹ ਇਕੱਲਾ ਪਾਣੀ ਤੇ ਪਤਾਸਿਆਂ ਦਾ ਸੁਮੇਲ ਨਹੀਂ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 10 ਪਾਤਸ਼ਾਹੀਆਂ ਨੇ ਜੋ ਜੀਵਨ ਦੀ ਜੁਗਤ ਤੇ ਜੋਤ ਦੀ ਕਿਰਿਆ ਵਰਤਾ ਕੇ ਵਿਖਾਈ, 10 ਜਾਮਿਆਂ ਵਿੱਚ 250 ਸਾਲ ਦੇ ਕਰੀਬ, ਉਸ ਸਾਰੀ 240 ਸਾਲ ਦੀ ਕਮਾਈ ਦਾ ਨਿਚੋੜ ਕੱਢ ਕੇ ਉਸ ਬਾਟੇ ਦੇ ਵਿੱਚ ਆਪਣੀਆਂ ਅੱਖਾਂ ਦੇ ਰਾਹੀਂ, ਸ਼ਬਦ ਦੇ ਰਾਹੀਂ ਵਾਈਬ੍ਰੇਟ ਕਰਕੇ ਉਸ ਅੰਮ੍ਰਿਤ ਵਿੱਚ ਪਾ ਦਿੱਤਾ। ਸਾਰੀ ਤਾਕਤ 10 ਪਾਤਸ਼ਾਹੀਆਂ। ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਵੀ ਜਿਹੜੀਆਂ ਉਦਾਸੀਆਂ ਕੀਤੀਆਂ ਸਨ, ਉਹ ਵੀ ਪਾ ਦਿੱਤੀਆਂ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਜਿਹੜੀ ਸੇਵਾ ਕੀਤੀ ਸੀ, ਉਹ ਵੀ ਪਾ ਦਿੱਤੀ ਉਸ ਅੰਮ੍ਰਿਤ ਵਿੱਚ। ਗੁਰੂ ਅਮਰਦਾਸ ਜੀ ਨੇ ਜੋ ਸੇਵਾ ਕੀਤੀ ਸੀ, ਉਹ ਵੀ ਪਾ ਦਿੱਤੀ। ਗੁਰੂ ਰਾਮਦਾਸ ਜੀ ਨੇ ਜੋ ਅੰਮ੍ਰਿਤ ਸਰੋਵਰ ਬਣਾਇਆ ਸੀ, ਉਹ ਵੀ ਵਿੱਚ ਪਾ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ ਸੀ, ਉਹ ਵੀ ਤੱਤ ਵਿੱਚ ਪਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸੀ, ਉਹ ਵੀ ਉਸ ਬਾਟੇ ਵਿੱਚ ਪਾਇਆ। 7ਵੇਂ ਪਾਤਸ਼ਾਹ ਨੇ ਜਿਹੜੀ ਸਫਾਈ ਤੇ ਸਰਲਤਾ ਦੱਸੀ ਸੀ, ਉਹ ਵੀ ਵਿੱਚ ਪਾ ਦਿੱਤੀ। 8ਵੇਂ ਪਾਤਸ਼ਾਹ ਦਾ ਪਰ ਉਪਕਾਰ ਵੀ ਵਿੱਚ ਪਾਇਆ, ਤੇ 9ਵੇਂ ਪਾਤਸ਼ਾਹ ਦੀ ਕੁਰਬਾਨੀ ਵੀ ਉਸ ਬਾਟੇ ਵਿੱਚ ਪਾ ਦਿੱਤੀ। ਫਿਰ ਆਪਣੀ ਵੀ ਨਜ਼ਰ ਪਾਈ ਉਹਦੇ ਵਿੱਚ, ਤੇ ਉਹਨੂੰ ਕਹਿ ਦਿੱਤਾ ਅੰਮ੍ਰਿਤ। ਕਹਿਣ ਲੱਗੇ ਗੁਰਸਿੱਖਾ, ਇਹ 250 ਸਾਲਾਂ ਦਾ ਨਿਚੋੜ ਹੈ ਜਿਹੜਾ ਮੈਂ ਤੈਨੂੰ ਅੰਮ੍ਰਿਤ ਛਕਾਉਣ ਲੱਗਾ। ਇਹ ਮੈਂ 10 ਵੱਖਰੇ ਵੱਖਰੇ ਸਰੀਰਾਂ ਵਿੱਚ ਐਕਸਪੀਰੀਅੰਸ ਕੀਤੇ ਨੇ, ਤਜਰਬੇ ਕੀਤੇ ਨੇ, ਤੇ ਉਸ ਰੱਬ ਦੇ ਗਿਆਨ ਨੂੰ ਕਮਾ ਕੇ ਦੇਹ ਧਾਰੀ ਹੋ ਕੇ ਤੇਰੇ ਸਾਹਮਣੇ ਪ੍ਰਗਟ ਕੀਤਾ ਹੈ। ਹੁਣ ਇਸ ਅੰਮ੍ਰਿਤ ਨੂੰ ਤੂੰ ਪੀ। ਅੰਮ੍ਰਿਤ ਪੀ ਕੇ ਤੇ ਫਿਰ ਤੂੰ ਗੁਰਬਾਣੀ ਨਾਲ ਜੁੜ ਤੇ ਸਾਧ ਸੰਗਤ ਕਰ, ਤੇ ਉਹ 240 ਸਾਲਾਂ ਦੀ ਸਾਰੀ ਕਮਾਈ ਮੈਂ ਤੇਰੀ ਝੋਲੀ ਵਿੱਚ ਪਾ ਦਿਆਂਗਾ। ਵੇਖੋ, ਬਾਪ 250 ਸਾਲ ਕਮਾਉਂਦਾ ਹੈ ਤੇ ਪੁੱਤਰ ਨੂੰ ਇੱਕੋ ਦਮ ਲਿਖ ਕੇ ਉਹਦੇ ਨਾਂ ਤੇ ਚੜਾ ਦਿੰਦਾ ਵੀ ਲੈ ਹੁਣ ਤੇਰਾ ਹੈ। ਸਤਿਗੁਰੂ ਨੇ ਇੰਨੀ ਕਮਾਈ ਕੀਤੀ, ਇੰਨਾ ਸਮਾਂ ਕਮਾਈ ਕਰਕੇ ਤੇ ਕਹਿ ਦਿੱਤਾ ਵੀ ਹੁਣ ਇਹ ਸਭ ਕੁਝ ਤੇਰਾ ਹੈ। ਪਰ ਉਹਦੇ ਵਿੱਚ ਇੱਕ ਕੰਡੀਸ਼ਨ, ਇੱਕ ਸ਼ਰਤ ਰੱਖ ਦਿੱਤੀ। ਉਹ ਸ਼ਰਤ ਸੀ, ਇਹ ਤਾਂ ਤੇਰਾ ਹੋਵੇਗਾ ਜੇ ਤੂੰ ਮੇਰਾ ਹੋਵੇਗਾ। ਤੇ ਹੁਣ ਇੱਥੇ ਗੱਲ ਖੜੀ ਹੋ ਗਈ। ਅੱਜ ਵੀ 240 ਸਾਲਾਂ ਦੀ ਕਮਾਈ ਅੰਮ੍ਰਿਤ ਵਿੱਚੋਂ ਸਿੱਖ ਲੈ ਸਕਦਾ ਹੈ, ਪਰ ਉੱਥੇ ਜਾ ਕੇ ਇੱਕ ਚੀਜ਼ ਖੜੀ ਹੋ ਜਾਏਗੀ। ਸਤਿਗੁਰੂ ਨੇ ਕਿਹਾ ਜੇ ਤੇ ਆਗਿਆ ਵਿੱਚ ਰਹੇਗਾ ਤੇ ਤੈਨੂੰ ਮਿਲ ਜਾਏਗਾ, ਜੇ ਆਗਿਆ ਤੋਂ ਬਾਹਰ ਜਾਏਗਾ ਫਿਰ ਕੋਈ ਨਹੀਂ ਮਿਲਣਾ। ਇਹ ਕੰਡੀਸ਼ਨ ਹੁਣ ਸਿੱਖ ਨੇ ਪਾਰ ਕਰਨੀ। ਕਈ ਵਾਰੀ ਅਸੀਂ ਕਹਿੰਦੇ ਹਾਂ
ਵੀ ਗੁਰੂ ਨੇ ਸਾਰਾ ਕੁਝ ਕਰਨਾ ਹੈ ਕਿ ਸਿੱਖ ਨੇ ਵੀ ਕੁਝ ਕਰਨਾ ਹੈ। ਗੁਰੂ ਨੇ 240 ਸਾਲਾਂ ਦੀ ਕਮਾਈ ਅੰਮ੍ਰਿਤ ਵਿੱਚ ਪਾ ਕੇ ਸਿੱਖ ਦੇ ਸਾਹਮਣੇ ਰੱਖ ਦਿੱਤੀ ਹੈ। ਹੁਣ ਸਿੱਖ ਨੇ ਵੀ ਇੱਕ ਕੰਮ ਕਰਨਾ ਹੈ। ਉਹਨੇ ਉਹ 240 ਸਾਲਾਂ ਦਾ ਸਿਧਾਂਤ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਢਾਲਣਾ ਤੇ ਕਮਾਉਣਾ, ਫਿਰ ਉਹ ਅਧਿਕਾਰੀ ਹੋਵੇਗਾ ਉਸ ਅੰਮ੍ਰਿਤ ਦਾ, ਉਹਨੂੰ ਪ੍ਰਗਟ ਕਰ ਲਏਗਾ। ਤੇ ਭਾਈ ਗੁਰਦਾਸ ਜੀ ਅੱਜ ਉਹਦਾ ਹੀ ਹਵਾਲਾ ਦੇ ਰਹੇ ਨੇ। ਮੈਂ ਵਿਸਤਾਰ ਵਿੱਚ ਨਹੀਂ ਜਾ ਸਕਦਾ ਕਿਉਂਕਿ ਬਹੁਤ ਲੰਬੇ ਸ਼ਬਦ ਨੇ। ਆਪ ਜੀ ਇਕਾਗਰਤਾ ਬਖਸ਼ਿਸ਼ ਕਰਨਾ। ਭਾਈ ਗੁਰਦਾਸ ਸ਼ੁਰੂ ਵਿੱਚ ਕਹਿੰਦੇ ਕਰਨ ਕਾਰਨ ਸਮਰੱਥ ਹੈ। ਗੁਰੂ ਨਾਨਕ ਦੇਵ ਜੀ ਆਪ ਸਮਰੱਥ ਨੇ ਕਰਨ ਕਾਰਨ, ਭਾਵ ਸਿੱਧਾ ਵੀ ਕਿਰਪਾ ਕਰ ਸਕਦੇ, ਪਰ ਕਹਿੰਦੇ ਸਾਧ ਸੰਗਤ ਦਾ ਕਰੈ ਕਰਾਇਆ। ਉਦੋਂ ਵੀ ਇੱਕ ਚੀਜ਼ ਵਿੱਚ ਲੈ ਆਂਦੀ, ਸਾਧ ਸੰਗਤ, ਗੁਰਸਿੱਖਾਂ ਦੀ ਸੇਵਾ ਕਰਨ ਦੀ ਜਾਚ ਸਿਖਾ ਦਿੱਤੀ ਕਿ ਭਾਈ ਅੱਜ ਤੇ ਮੈਂ ਪ੍ਰਤੱਖ ਤੌਰ ਤੇ ਤੁਹਾਡੇ ਸਾਹਮਣੇ ਖੜਾ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਕੱਲ੍ਹ ਨੂੰ ਮੈਂ ਇਸ ਦੇਹ ਨੂੰ ਪਾਸੇ ਕਰ ਲੈਣਾ, ਉਦੋਂ ਬਾਅਦ ਤੁਸੀਂ ਕੀ ਕਰਨਾ, ਉਹਦੇ ਤੋਂ ਬਾਅਦ ਤੁਸੀਂ ਕਿੱਥੋਂ ਲੱਭਣਾ ਰੱਬ ਨੂੰ। ਕਹਿਣ ਲੱਗੇ ਉਸ ਤੋਂ ਬਾਅਦ ਮੈਂ ਆਪਣੀ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਰੂਪ ਵਿੱਚ ਤੇ ਰਹਿਤ ਦੇ ਰੂਪ ਵਿੱਚ ਸਿੱਖਾਂ ਵਿੱਚ ਟਿਕਾ ਦਿਆਂਗਾ, ਰਹਿਣੀ ਦੇ ਰੂਪ ਵਿੱਚ। ਦੋ ਥਾਵਾਂ ਤੇ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਹੈ 10 ਪਾਤਸ਼ਾਹੀਆਂ ਦਾ। ਇੱਕ ਤੇ ਆਪਾਂ ਕਹਿੰਦੇ ਹਾਂ ਨਾ ਕਿ 10 ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇ ਦੂਜਾ ਸਤਿਗੁਰੂ ਨੇ ਕਿਹਾ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਦੂਜਾ ਰੂਪ ਖਾਲਸੇ ਦੇ ਵਿੱਚ ਰੱਖ ਦਿੱਤਾ, ਗੁਰਸਿੱਖਾਂ ਦੇ ਅੰਦਰ ਪਾ ਦਿੱਤਾ। ਇਹਦਾ ਭਾਵ ਸੀ ਵੀ ਜਿੱਥੇ ਤੂੰ ਬਾਣੀ ਨਾਲ ਪਿਆਰ ਕਰਨਾ ਉੱਥੇ ਤੂੰ ਗੁਰਸਿੱਖਾਂ ਨਾਲ ਵੀ ਪਿਆਰ ਕਰਨਾ। ਜੇ ਤੂੰ ਗੁਰਸਿੱਖਾਂ ਨਾਲ ਪਿਆਰ ਕਰੇਗਾ ਤੇ ਤੇਰਾ ਰਸਤਾ ਖੁੱਲ੍ਹ ਜਾਏਗਾ। ਇੱਥੇ ਕਹਿੰਦੇ ਗੁਰਸਿੱਖਾਂ ਦਾ ਕੀਤਾ ਹੋਇਆ ਗੁਰੂ ਕਰਦਾ ਹੈ। ਕਈ ਵਾਰੀ ਕਈ ਕੰਮ ਐਸੇ ਨੇ ਜਿਹੜੇ ਕੰਮ ਸਾਧ ਸੰਗਤ ਜੀ ਸਤਿਗੁਰੂ ਨਹੀਂ ਕਰਨਾ ਚਾਹੁੰਦੇ, ਪਰ ਵਿੱਚ ਆ ਕੇ ਕੋਈ ਗੁਰੂ ਦਾ ਸਿੱਖ ਪਿਆਰ ਨਾਲ ਕਹਿ ਦੇ ਨਾ, ਹਾਂ ਗੁਰੂ ਤਾਂ ਕਹੇ ਸਿੱਖ ਤਾਂ ਕਹਿੰਦਾ, ਉਹ ਵੀ ਇੱਕ ਬਹੁਤ ਵੱਡੀ ਕਿਰਿਆ ਹੈ। ਖਿਆਲ ਰੱਖਣਾ, ਸਿੱਧਾ ਨਹੀਂ। ਸਿੱਖ ਨੂੰ ਵੀ ਬੜੇ ਕਾਗਜ਼ ਪੱਤਰ ਫੋਲਣੇ ਪੈਂਦੇ ਨੇ ਵੀ ਕਿਤੇ ਇਹ ਬੰਦਾ ਜਿਹੜਾ ਮੇਰੇ ਤੋਂ ਕੰਮ ਕਰਾਉਣ ਲੱਗਾ, ਗੁਰੂ ਅੱਗੇ ਕਹਾਉਣ ਲੱਗਾ, ਕਿਤੇ ਹੱਦ ਬੰਨੀਆਂ ਪਾਰ ਕਰਕੇ ਤੇ ਨਹੀਂ ਕੁਝ ਕਰਕੇ ਆਇਆ ਕਿ ਹੱਦ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਤੇ ਮਾਫ ਕੀਤੀਆਂ ਜਾ ਸਕਦੀਆਂ ਨੇ। ਪਰ ਸਤਿਗੁਰੂ ਨੇ ਬਾਣੀ ਵਿੱਚ ਇੱਕ ਬੰਦੇ ਦਾ ਬਹੁਤ ਔਖਾ ਦੱਸਿਆ। ਉਹਦੇ ਬਾਰੇ ਹਜ਼ੂਰ ਕਹਿੰਦੇ ਅਵਖਦ ਸਭੇ ਕੀਤੇ ਹਨ, ਜਿੰਨੇ ਪਾਪ ਨੇ ਉਹਨਾਂ ਦੀ ਦਵਾਈ ਹੈ, ਪਰ ਕਹਿੰਦੇ ਨਿੰਦਕ ਕਾ ਦਾਰੂ ਨਾਹੇ। ਇੱਥੇ ਆ ਕੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਜਵਾਬ ਦੇ ਦਿੱਤਾ। ਕਹਿੰਦੇ ਭਾਈ ਇਹ ਰੋਗ ਹੁਣ ਇਹਦਾ ਕੀ ਕਰੀਏ, ਇਹਦੀ ਦਵਾਈ ਨਹੀਂ। ਨਿੰਦਿਆ ਕਰਨੀ ਹੈ, ਈਰਖਾ ਕਰਨੀ ਹੈ, ਦਵੈਸ਼ ਵਿੱਚ ਦਿਨ ਰਾਤ ਰਹਿਣਾ ਬਿਨਾਂ ਕੰਮ ਤੋਂ। ਕੂਕਰ ਬਿਰਤੀ ਇਹਨੂੰ ਕਹਿੰਦੇ ਨੇ। ਕੂਕਰ ਬਿਰਤੀ ਦਾ ਮਤਲਬ, ਕੂਕਰ ਬਿਰਤੀ ਦਾ ਮਤਲਬ ਇਹ ਹੈ ਵੀ ਤੁਸੀਂ 4 ਕੁੱਤੇ ਲੜਦੇ ਵੇਖੋਗੇ, ਪੁੱਛੋ ਭਾਈ ਕੀ ਗੱਲ ਜ਼ਮੀਨ ਵੰਡਣੀ, ਕੀ ਹੋਇਆ, ਕੋਈ ਮੁਕੱਦਮਾ ਚੱਲਦਾ ਪੁਰਾਣਾ ਜਾਂ ਪੁਰਾਣੀ ਖਾਨਦਾਨੀ ਦੁਸ਼ਮਣੀ ਹੈ। ਉਹ ਕਹਿਣਗੇ ਗੱਲ ਕੋਈ ਨਹੀਂ, ਵੈਸੇ ਸਾਡਾ ਕੰਮ ਹੀ ਇਹ ਹੈ, ਹੋਰ ਕਰੀਏ ਵੀ ਕੀ, ਸਵੇਰ ਤੋਂ ਸ਼ਾਮ ਤੱਕ ਵਿਹਲੇ ਹਾਂ, ਹੋਰ ਕੀ ਕਰੀਏ। ਇਹਨੂੰ ਕਹਿੰਦੇ ਕੂਕਰ ਬਿਰਤੀ। ਕਰਤੂਤ ਪਸ਼ੂ ਕੀ ਮਾਨਸ ਜਾਤ, ਇਹ ਕੂਕਰ ਬਿਰਤੀ ਹੈ। ਤੇ ਮਨੁੱਖ ਵਿੱਚ ਜੇ ਕੰਮ ਕਰਨ ਲੱਗ ਪਏ ਤੇ ਉਹ ਵੀ ਫਿਰ ਕੰਮ ਕੋਈ ਨਹੀਂ, ਉਹਨੂੰ ਪਤਾ ਇਹਦਾ ਨੁਕਸਾਨ ਹੋਏਗਾ, ਫਾਇਦਾ ਨਹੀਂ, ਪਰ ਕਰੀ ਹੀ ਜਾਂਦਾ। ਇਹ ਨਹੀਂ ਕਿ ਕਿਸੇ ਨੂੰ ਕ੍ਰੋਧ ਨਹੀਂ ਆਉਂਦਾ, ਕਿਸੇ ਨੂੰ ਈਰਖਾ ਆਉਂਦੀ ਤੇ ਹੈ। ਸਤਿਗੁਰੂ ਕਹਿੰਦੇ ਚਲੋ ਤੂੰ ਮਨੁੱਖੀ ਸਰੀਰ ਵਿੱਚ ਕਦੀ ਆਈ ਕਦੀ ਗਈ, ਗੱਲ ਖਤਮ ਹੋ ਗਈ। ਆਉਂਦੀ ਹੈ, ਦਿਮਾਗ ਹੈ, ਮਨ ਹੈ, ਸਰੀਰ ਵਿੱਚ ਆਏਗੀ ਜ਼ਰੂਰ, ਪਰ ਇੱਕ ਖਿਆਲ ਰੱਖਿਆ ਕਰ ਇਸ ਤਰ੍ਹਾਂ ਆਵੇ ਜਿਵੇਂ ਧੁੱਪ ਚੜ੍ਹੀ ਹੈ, ਕੋਈ ਛੋਟਾ ਮੋਟਾ ਬੱਦਲ ਆ ਵੀ ਜਾਏ ਸੂਰਜ ਦੇ ਸਾਹਮਣੇ ਕੋਈ ਫਰਕ ਨਹੀਂ ਪੈਂਦਾ। ਥੋੜ੍ਹੀ ਜਿਹੀ ਮੱਠੀ ਹੋਈ ਫਿਰ ਬੱਦਲ ਪਾਸੇ ਹੋ ਗਿਆ, ਧੁੱਪ ਫਿਰ ਚੜ੍ਹ ਗਈ। ਪਰ ਜੇ ਬੱਦਲ ਹੀ ਕਾਲੇ ਹੋ ਜਾਣ ਸੰਘਣੇ, ਸੂਰਜ ਦਿਸੇ ਹੀ ਕੋਈ ਨਾ। ਕਹਿੰਦੇ ਜਦੋਂ ਤੇਰੀ ਈਰਖਾ ਸੁਪਨਿਆਂ ਵਿੱਚ ਵੀ ਚਲੀ ਜਾਂਦੀ ਹੈ ਨਾ, ਤੇਰੇ ਖਿਆਲਾਂ ਵਿੱਚ ਦਿਨ ਰਾਤ ਰਹਿੰਦੀ, ਤੇ ਉਸ ਵੇਲੇ ਔਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾਹੇ। ਫਿਰ ਕਿਸੇ ਨੇ ਨਾ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਵੀ ਤੁਹਾਡਾ ਤੇ ਘਰ ਬਹੁਤ ਵੱਡਾ,
ਇੱਥੇ ਤੇ ਕਿਹਾ ਹੀ ਨਹੀਂ ਜਾ ਸਕਦਾ ਵੀ ਕਿਸੇ ਰੋਗ ਦੀ ਦਵਾਈ ਨਾ ਹੋਵੇ। ਕੋਈ ਨਾ ਕੋਈ ਕਿਰਪਾ ਕਰੋ, ਇਸ ਨਿੰਦਕ ਦਾ ਵੀ ਭਲਾ ਕਰ ਦਿਓ। ਤੇ ਸਤਿਗੁਰੂ ਨੇ ਕਿਹਾ ਫਿਰ ਇੱਕ ਤਰੀਕਾ ਭਾਈ, ਜਿਹਦੀ ਨਿੰਦਿਆ ਕੀਤੀ ਹੈ ਉਹ ਹੀ ਬਖਸ਼ ਸਕਦਾ, ਮੈਂ ਨਹੀਂ ਬਖਸ਼ ਸਕਦਾ। ਫਿਰ ਅਗਲਾ ਇਹ ਦਵਾਈ ਬੜੀ ਔਖੀ ਖਾਣੀ, ਕਿਉਂਕਿ ਹੁਣ ਜਿਹਦੀ ਨਿੰਦਿਆ ਕਰਦੇ ਰਹੋ ਉਹਦੇ ਅੱਗੇ ਕਿਵੇਂ ਬੰਦਾ ਛੱਡੇ ਕਿਵੇਂ। ਜੇ ਤੁਸੀਂ ਇਸ ਚੀਜ਼ ਨੂੰ ਪੜ੍ਹਨਾ ਹੋਵੇ ਤੇ ਸੁਖਮਣੀ ਸਾਹਿਬ ਦੇ ਵਿੱਚ ਜਿਹੜੀ ਸੰਤ ਕਾ ਨਿੰਦਕ ਵਾਲੀ ਅਸ਼ਟਪਦੀ ਹੈ ਨਾ, ਉਹਨਾਂ ਸਾਰਿਆਂ ਪਦਿਆਂ ਦੇ ਅਖੀਰਲੀ ਪੰਕਤੀ ਪੜ੍ਹਨੀ ਹੈ। ਉਹਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣਗੇ, ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ। ਉਹ ਹੀ ਛਡਾ ਸਕਦਾ ਜਿਹਦੀ ਨਿੰਦਿਆ ਕੀਤੀ ਹੈ। ਸਤਿਗੁਰੂ ਕਹਿੰਦੇ ਰਾਹ ਮੈਂ ਤੈਨੂੰ ਦੱਸ ਦੇਣਾ, ਪਰ ਕੰਮ ਤੂੰ ਕਰਨਾ। ਜਿਹਦੀ ਨਿੰਦਿਆ ਤੂੰ ਕੀਤੀ ਹੈ, ਜਾਂ ਤੇ ਮੂੰਹੋਂ ਨਹੀਂ, ਘੱਟੋ ਘੱਟ ਅੰਦਰੋਂ ਉਹਨੂੰ ਪਿਆਰ ਕਰਨਾ ਸ਼ੁਰੂ ਕਰ ਦੇ। ਮੂੰਹੋਂ ਨਹੀਂ ਕਹਿ ਸਕਦਾ, ਗੱਲ ਵੱਖਰੀ, ਛੱਡ ਦੇ ਅੰਦਰੋਂ ਗੱਲ। ਇਸ ਕਰਕੇ ਕਹਿੰਦੇ ਸਾਧ ਸੰਗਤ ਦਾ ਕਰੈ ਕਰਾਇਆ। ਗੁਰੂ ਨੇ ਵੀ ਉਹੀ ਕਰਨਾ ਜੇ ਸਿੱਖਾਂ ਨੇ ਕਿਹਾ ਤੇ ਖਿਆਲ ਰੱਖਣਾ। ਗੁਰੂ ਨੇ ਉਹਦੇ ਤੋਂ ਬਿਨਾ ਨਹੀਂ ਕਰਨਾ। ਕਦੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਤੱਕ ਸਿੱਖਾਂ ਨੂੰ ਬਾਈਪਾਸ ਕਰਕੇ ਨਹੀਂ ਪਹੁੰਚ ਸਕੋਗੇ। ਇਹ ਗੱਲ ਪੱਕੀ ਤਰ੍ਹਾਂ ਲਿਖ ਲੈਣੀ। ਕਿਤੇ ਥੋੜੀ ਜਿਹੀ ਵੀ ਅੜਚਨ ਰਹਿ ਗਈ ਨਾ ਕਿਸੇ ਨਾਲ, ਸਤਿਗੁਰੂ ਨੇ ਕਹਿਣਾ ਵੀ ਉਹ ਪਾਸ ਕਰਕੇ ਉੱਥੋਂ ਕਰਕੇ ਆ ਠੀਕ, ਪਹਿਲੇ ਪਿੱਛੇ ਕੁਝ ਗਲਤ ਹੋ ਗਿਆ, ਵਿੱਚ ਖਰਾਬੀ ਪੈ ਗਈ, ਤੂੰ ਉੱਥੇ ਕਰਕੇ ਦੱਸ। ਇਸ ਕਰਕੇ ਹਜ਼ੂਰ ਕਹਿੰਦੇ ਸਾਧ ਸੰਗਤ ਦਾ ਕਰੈ ਕਰਾਇਆ, ਸਾਧ ਸੰਗਤ ਦਾ ਕਰੈ ਕਰਾਇਆ, ਸਾਧ ਸੰਗਤ ਦਾ ਕਰਨ ਕਾਰਨ ਸਮਰੱਥ ਹੈ, ਕਰਨ ਕਾਰਨ ਸਮਰੱਥ ਹੈ। ਸਾਧ ਸੰਗਤ ਦਾ ਕਰੈ ਕਰਾਇਆ, ਸਾਧ ਸੰਗਤ ਦਾ ਕਰੈ ਕਰਾਇਆ। ਗੁਰਮੁਖ ਕਹਿੰਦੇ ਸਾਧ ਸੰਗਤ ਕਹਿੰਦੇ ਉਹਨਾਂ ਦਾ ਕਰਾਇਆ ਹੋਇਆ। ਫਿਰ ਅੱਗੇ ਹੋਰ ਬਚਨ ਕੀਤੇ, ਭਰੇ ਭੰਡਾਰ ਦਾਤਾਰ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਭੰਡਾਰ ਭਰੇ ਹੋਏ ਨੇ, ਬੜੇ ਵੱਡੇ ਖਜ਼ਾਨੇ। ਪਰ ਕਹਿੰਦੇ ਸਾਧ ਸੰਗਤ ਦਾ ਦੇ ਦਿਵਾਇਆ। ਦਿੰਦਾ ਤਾਂ ਹੈ ਜੇ ਸਾਧ ਸੰਗਤ ਦਿਵਾਏ ਤੇ। ਸਾਰੀਆਂ ਗੱਲਾਂ ਦੇ ਉੱਤੇ ਲਾ ਦਿੱਤਾ, ਧਿਆਨ ਦਿਓ। ਇਹ ਭਾਈ ਗੁਰਦਾਸ ਜੀ ਦੀ ਵਾਰ ਨੂੰ, ਪੌੜੀਆਂ ਨੂੰ ਤਾਂ ਹੀ ਕੁੰਜੀ ਕਿਹਾ ਗਿਆ। ਇਹਦੇ ਤੋਂ ਬਿਨਾਂ ਜੰਦਰਾ ਖੁੱਲ੍ਹਦਾ ਨਹੀਂ। ਕਹਿੰਦੇ ਹੈ ਗੁਰੂ ਕੋਲ ਸਾਰਾ ਕੁਝ, ਪਰ ਕਈ ਵਾਰੀ ਤੁਸੀਂ ਵੇਖੋਗੇ ਕਿਸੇ ਬੰਦੇ ਦੇ ਵਿੱਚ ਕੋਈ ਹੈਸੀਅਤ, ਕੋਈ ਯੋਗਤਾ ਨਾ ਹੋਵੇ। ਮੈਂ ਇਸ ਤਰ੍ਹਾਂ ਦੇ ਬੜੇ ਸਰੀਰ ਵੇਖੇ ਨੇ ਜਿਨ੍ਹਾਂ ਵਾਸਤੇ ਨਾ ਕਿਸੇ ਬਖਸ਼ਿਆ ਹੋਇਆਂ ਨੇ ਕਹਿ ਦਿੱਤਾ ਵੀ ਇਹਦਾ ਭਲਾ ਹੋ ਜਾਏ, ਇਹਦੇ ਤੇ ਕਿਰਪਾ ਕਰ ਦਿਓ। ਕਿਰਪਾ ਤੇ ਹੋ ਗਈ, ਹੁਣ ਅੱਗੋਂ ਸੰਭਾਲਣ ਜੋਗਾ ਕੋਈ ਨਹੀਂ ਹੋ, ਕਿਉਂਕਿ ਅੰਦਰ ਭਾਂਡਾ ਕੋਈ ਨਹੀਂ ਬਣਿਆ। ਉਹ ਇੱਕ ਐਸੀ ਸ਼ਖਸੀਅਤ ਹੁੰਦੀ ਹੈ ਵੀ ਰੱਬ ਮੋੜਦਾ ਨਹੀਂ। ਜੇ ਉਹ ਕਹਿ ਵੀ ਥਾਂ ਕੋਈ ਨਹੀਂ ਅੱਗੇ, ਉਹ ਕਹਿੰਦੇ ਥਾਂ ਕੋਈ ਨਹੀਂ, ਕੋਈ ਗੱਲ ਨਹੀਂ, ਤੁਸੀਂ ਦੇ ਦਿਓ, ਵੇਖੀ ਜਾਏਗੀ ਜਿਹੜੀ। ਇਹ ਤਰੀਕਾ ਇਸ ਤਰ੍ਹਾਂ ਦਾ, ਪਰ ਉਹ ਕਦੀ ਕਦੀ ਹੁੰਦਾ ਹੈ, ਰੋਜ਼ ਨਹੀਂ, ਕਿਉਂਕਿ ਅੱਗੇ ਥਾਂ ਨਹੀਂ ਬਣਦੀ। ਅੱਗੇ ਧਰਮ ਜਿਹੜਾ ਪਾਸ ਹੁੰਦਾ ਹੈ, ਖਿਆਲ ਰੱਖਣਾ, ਸਪਲਾਈ ਲਾਈਨ ਅੱਗੇ ਪਾਸ ਹੋ ਰਿਹਾ ਕਿ ਨਹੀਂ। ਅੱਜ ਜਿੱਥੇ ਲਾਈਟ ਤਿਆਰ ਹੁੰਦੀ ਹੈ ਪਾਵਰ ਹਾਊਸ ਦੇ ਵਿੱਚ, ਜਿੱਥੇ ਬਿਜਲੀ ਤਿਆਰ ਹੁੰਦੀ ਹੈ, ਉੱਥੋਂ ਅੱਗੇ ਪਾਸਿੰਗ ਹੋਣੀ ਚਾਹੀਦੀ, ਲੰਘਣੀ ਚਾਹੀਦੀ ਹੈ, ਨਹੀਂ ਤੇ ਉੱਥੇ ਉਹ ਸਮਾਉਂਦੀ ਨਹੀਂ, ਉਹਨੂੰ ਰਾਹ ਚਾਹੀਦਾ ਅੱਗੇ ਲੰਘਣ ਵਾਸਤੇ। ਟਰਾਂਸਫਰ ਹੋਣੀ ਚਾਹੀਦੀ ਹੈ, ਟਰਾਂਸਫਾਰਮਰ ਲੱਗੇ ਹੋਣੇ ਚਾਹੀਦੇ, ਤਾਂ ਲਾਈਟ ਜਗਦੀ ਹੈ। ਇੱਥੇ ਕਹਿੰਦੇ ਵੀ ਹੈ ਤੇ ਗੁਰੂ ਨਾਨਕ ਦੇ ਘਰ ਵਿੱਚ ਸਭ ਕੁਝ ਮਿਲਦਾ ਉਹਨੂੰ, ਇਹ ਜਿੱਥੇ ਪਾਸ ਹੋ ਜਾਂਦਾ, ਜਿੱਥੇ ਕਿਰਪਾ ਹੋ ਜਾਂਦੀ। ਫਿਰ ਕਹਿੰਦੇ ਪਾਰ ਬ੍ਰਹਮ ਗੁਰ ਰੂਪ ਹੋਏ, ਜਿਹੜੀ ਮੈਂ ਗੱਲ ਪਹਿਲਾਂ ਕੀਤੀ ਸੀ, ਪਾਰ ਬ੍ਰਹਮ ਗੁਰੂ ਰੂਪ ਹੋ ਗਏ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਰੂਪ ਧਾਰਨ ਕਰ ਲਿਆ। ਤੇ ਅੱਗੋਂ ਤੀਜੀ ਅਵਸਥਾ ਦੇ ਵਿੱਚ ਸਾਧ ਸੰਗਤ ਗੁਰ ਸ਼ਬਦ ਸਮਾਇਆ। ਗੁਰੂ ਨਾਨਕ ਦੇਵ ਜੀ ਇੱਕ ਤੇ ਸਾਧ ਸੰਗਤ ਗੁਰਮੁਖਾਂ ਵਿੱਚ ਸਮਾ ਗਏ ਤੇ ਇੱਕ ਗੁਰਬਾਣੀ ਵਿੱਚ ਸਮਾ ਗਏ। ਦੋ ਥਾਂ ਨੇ ਗੁਰੂ ਨਾਨਕ ਦੇਵ ਜੀ ਦੇ ਰਹਿਣ ਦੇ, ਉਹਨਾਂ ਦੇ ਵਿੱਚ ਰਹਿੰਦੇ ਨੇ। ਜਿਹੜੇ ਸਰੀਰ, ਜਿਹੜੇ ਗੁਰਮੁਖ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਚੱਲਦੇ ਨੇ, ਉਹਨਾਂ ਦੇ ਵਿੱਚ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਸਾਧ ਸੰਗਤ ਗੁਰ ਸ਼ਬਦ ਸਮਾਇਆ।
फिर कहते जग भोग जोग ध्यान कर पूजा करे ना दर्शन पाया। कहते ने बड़े लोगों ने कई कई साल ला के यज्ञ किते, भोग लवाए, कहते योग साधे, ध्यान दियां ताड़ियां लाइयां, कई प्रकार की पूजा की, पर वाहिगुरू दा दर्शन ना होया। पर जिन्हां ने इन्हां दो चीज़ां दे नाल नाता जोड़ लिया ना, गुर शबद दे नाल ते गुरमुखां दे नाल, साध संगत दे नाल, उन्हां नूं दर्शन हो गया। क्योंकि इस घर दे विच कहंदे साध संगत प्यो पुत है। साध संगत दे विच गुरु अपने सिख नूं पुत्तर वांगू प्यार करदा है। पुत्तर वांगू, मैं पहलां कहा सी, प्यो 50 साल कमांदा रहे, जिदण उहदे नां ते जायदाद चढ़दी उत्थे 50 साल नहीं लगदे। ये ख्याल रखना। असी कई बारी कहने आ सिੱਖੀ विच प्रवान होने वास्ते समा किन्ना को लगदा है, ध्यान दिओ, समा कोई बझा होया नहीं। मैं ये उदाहरण देंगा, प्यो ने 50 साल ला के 50 किले जमीन बनाई, पर एक दिन अपने पुत्र दे उत्ते खुश हो के इक्को कागज़ दे उत्ते 2 नामे लिखे ते सारी दी सारी 50 सालां दी चीज़ एक पल विच उहदे नां लग। उत्थे टाइम नहीं लगदा। पर मैं एक होर बेनती करांगा, पुत्र नूं पुत्र बन लग्गिया 50 साल तो भी ज़्यादा लग सकते हैं। पुत्र बनेगा तां ही नां लगू ना। तुसीं कई बारी वेख्या होना, कई मापे ये कहंदे सुने गए ने बई मैं अपनी जमीन गुरुद्वारे दे देनी है। उन्होंने पुछो भी तुसीं क्यों दे रहे हो गुरुद्वारे, तुहाडे घर विच तुहाडा लड़का है, उन्होंने क्यों नहीं देंदे? कहन लगा मेरे कहे ते नहीं तुरदा, मेरे आखे नहीं लगदा। गुरु ग्रंथ साहिब जी दे कोल जिन्नी जायदाद है एक पल विच साडे नां लवा देणगे। मैं पहलां कहा भी कलगीधर पातशाह ने जिदन अमृत बनाया सी, उस अमृत दे विच 240 सालां दी 10 शरीरां दी 10 गुरुआं दी कमाई पाई उहदे विच, ते क्या भी तूं आ जा, एक पल विच मैं तेरे नां लवा देंगा, टाइम नहीं लगेगा। पर जे तू मेरा सिख ना बनिया ते फिर सज्जणा 240 साल छड्ड दे, तू 240 जन्म भी ला दे तां भी ना कोई नहीं लगनी। गल उहदे ते खड़ी। इस करके कहंदे ने साध संगत प्यो पुत होए। प्यो पुत्र वाली घटना वापरी साध संगत विच, टाइम नहीं लगा। जे पुत्र बन गया तां ये तां वरतेगी। फिर कहंदे दिता खाए पहने पहनाया। फिर दिता होया खांदा सिख गुरु दा, ते जो पहनण लई दिंदा वो पहन लैंदा है। अगे एक बहुत प्यारी पंक्ति वरती है जिहदे विच भाई गुरदास कहंदे घर बारी होए वरतिया, घर बारी सिख पैरी पाया। गुरसिखां दे विच एक रवायत तोरी कि एक दूजे दे पैरी पैना है। हुण ते क्रिया खत्म हुंदी जा रही है। ਪਹਿਲਾਂ गुरसिख एक दूजे दे पैरी पैंदे सन, निभ के चलते सन। एक तरीका सी हंकार नूं मारन दा। ते घर बारी दा मतलब भी घर बार दे विच रहिंदियां काम करदियां भी उस काम कारोबार दे विच एक हिस्सा काम करदा रहिंदा सिख दा। ते इत्थे पैरी पैण दा मतलब सारे बराबर ने। इत्थे नहीं भी एक बंदा एक वखरा है, वो नहीं किसी दे पैरी पैंदा, नहीं, सारियां दे अधिकार बराबर ने। भावें कुछ विशेष थावां ने जिन्हां नूं सतगुरु ने विशेषता अधिकार दिते ने, उन्हां दा एक मान मर्यादा हुंदा, वो थावां हुंदियां ने। पर आम तौर ते वो भी झुकदे वेखे गए ने। गुरमत दे अंदर मैं ये किसी सिंह तो सुनिया भी संत बाबा जरनैल सिंह जदों अपनी थां ते काम कर रहे सन दमदमी टकसाल विच, वो रात नूं, क्योंकि उन्हां दी अवस्था बड़ी उच्ची सी, असी तां केवल बाहरलियां गल्लां उन्हां दियां सुणियां सुणाइयां, जिहड़ा अंदरला जीवन सी वो बड़ा उच्चा सी, कमाई वाला। मैनूं उस सिंह ने दस्सिया, कहंदे भी असी वहिंदे सी, सानूं कहंदे सी सारे भी ਸਿੰਘੋ टाइम नाल सौ जाओ, टाइम नाल सौ जाओ। जदों 11 बजे 11:30 बजे सारिਆਂ ਨੂੰ कहना भी हुण किसी उठना नहीं, सानूं कहंदे समझ नहीं सी आउंदी भी इन्ना क्यों जोर पाउंदे ने सारिਆਂ ਨੂੰ सौण ते भी सवेरे फिर उठना तुसीं जल्दी सवो। कहंदे एक दिन मेरे मन में शक आया भी क्यों बाबा जरनैल सिंह होरी वार वार पिंडरां वाले कहंदे
ਕਹਿੰਦੇ ਮੈਂ ਇੱਕ ਦਿਨ ਥੋੜ੍ਹੀ ਜਿਹੀ ਅੱਖ ਖੋਲ੍ਹ ਕੇ ਵੇਖਿਆ, ਜਦੋਂ ਸਾਰੇ ਸੌਂ ਗਏ ਨਾ 12 ਵਜੇ ਉੱਠੇ ਤੇ ਉੱਠ ਕੇ ਜਿੱਥੇ ਜਾ ਕੇ ਸਾਰੇ ਸਿੰਘਾਂ ਦੇ ਜੋੜੇ ਪਏ ਹੋਏ ਸੀ ਨਾ, ਤੇ ਉਹਨਾਂ ਸਾਧ ਸੰਗਤ ਜੋੜਿਆਂ ਨੂੰ ਬਾਬਾ ਜੀ ਪਾਲਿਸ਼ ਕਰੀ ਜਾਂਦੇ। ਪਾਲਿਸ਼ ਵਾਲੀ ਡੱਬੀ ਕੱਢੀ, ਬੁਰਸ਼ ਕੱਢਿਆ, 12 ਤੋਂ 2 ਵਜੇ ਤੱਕ ਜੋੜੇ ਉਹ ਪਾਲਿਸ਼ ਕਰਦੇ ਰਹੇ। ਉਹਨੇ ਵੇਖਿਆ, ਜਦੋਂ ਵੇਖਿਆ ਵੀ 2-3 ਵਜੇ ਆਮ ਤੌਰ 'ਤੇ ਕੋਈ ਨਾ ਕੋਈ ਜਾਗਦਾ ਹੈ, ਉਹਨਾਂ ਦੇ ਜਾਗਣ ਤੋਂ ਪਹਿਲਾਂ ਫਿਰ 5 ਇਸ਼ਨਾਨਾਂ ਕਰਕੇ ਆਪਣੇ ਬਿਸਤਰੇ 'ਤੇ ਇਸ ਤਰ੍ਹਾਂ ਆ ਕੇ ਪੈ ਗਏ ਜਿਵੇਂ ਕਿਸੇ ਨੇ ਵੇਖੇ ਨਹੀਂ ਵੀ ਗਏ ਹੋਣ। ਇਹ ਗੁਰਸਿੱਖੀ ਦੇ ਵਿੱਚ ਇੰਨੀ ਮਹਾਨਤਾ ਹੈ ਵੀ ਇੰਨੀ ਉੱਚੀ ਥਾਂ 'ਤੇ ਜਾ ਕੇ ਵੀ ਭਾਵੇਂ ਉਹ ਇਸ ਚੀਜ਼ ਨੂੰ ਬਾਹਰ ਨਹੀਂ ਪ੍ਰਗਟ ਹੋਣ ਦਿੰਦੇ। ਇਹਨੂੰ ਕਹਿੰਦੇ ਘਰ ਬਾਰੀ ਹੋਏ ਵਰਤਿਆ, ਕਹਿੰਦੇ ਘਰ ਬਾਰੀ ਸਿੱਖ ਪੈਰੀ ਪਾਇਆ, ਮਾਇਆ ਵਿੱਚ ਉਦਾਸ ਰਹਾਇਆ। ਇਹ ਗੁਰਸਿੱਖਾਂ ਦੀਆਂ ਕਰਨੀਆਂ ਦੱਸ ਰਹੇ ਨੇ। ਮਾਇਆ ਦੇ ਵਿੱਚ ਰਹਿਣਾ, ਇਹਦੇ ਤੋਂ ਭੱਜਣਾ ਨਹੀਂ, ਪਰ ਇਹਦੇ ਵਿੱਚ ਉਦਾਸ ਰਹਿਣਾ। ਉਦਾਸ ਦਾ ਮਤਲਬ ਬਾਹਰੋਂ ਪਰਚੇ ਰਹਿਣਾ, ਬਾਹਰੋਂ ਨਹੀਂ ਫਰਕ ਪੈਣ ਦੇਣਾ, ਬਾਹਰੋਂ ਬਿਲਕੁਲ ਉਸੇ ਤਰ੍ਹਾਂ ਵਰਤਣਾ। ਇਹਨੂੰ ਸਤਿਗੁਰੂ ਨੇ ਕਿਹਾ ਤੂੰ ਨਾਟਕ ਜਿਵੇਂ ਇੱਕ ਕੋਈ ਸੀਰੀਅਲ ਚੱਲਦਾ, ਕੋਈ ਫਿਲਮ, ਇਸ ਤਰ੍ਹਾਂ ਰਹਿਣਾ ਦੁਨੀਆ ਵਿੱਚ। ਪਰ ਉਹਦੇ 2 ਹਿੱਸੇ ਨੇ। ਨਾਟਕ ਭਾਵੇਂ ਝੂਠਾ ਹੁੰਦਾ ਹੈ, ਤੁਸੀਂ ਵੇਖੋ ਸਾਹਮਣੇ ਨਾਟਕ ਖੇਡਿਆ ਜਾ ਰਿਹਾ ਹੈ, ਇੱਕ ਬੰਦਾ ਦੂਸਰੇ ਨੂੰ ਤਲਵਾਰ ਲੈ ਕੇ ਕਤਲ ਕਰਦਾ ਹੈ, ਉਹ ਨਾਟਕ ਇਹ ਝੂਠਾ ਹੈ, ਅਸਲ ਵਿੱਚ ਨਹੀਂ ਕਰਦਾ। ਪਰ ਉਸ ਨਾਟਕ ਨੂੰ ਸੱਚਾ ਤਾਂ ਮੰਨਿਆ ਜਾਂਦਾ ਹੈ ਜੇ ਵੇਖਣ ਵਾਲੇ ਨੂੰ ਰਤੀ ਸ਼ੱਕ ਨਾ ਪਵੇ ਵੀ ਇਹ ਅਸਲੀ ਹੈ ਕਿ ਨਕਲੀ, ਉਹਨੂੰ ਅਸਲੀ ਦਿਸਣਾ ਚਾਹੀਦਾ। ਸਤਿਗੁਰੂ ਕਹਿੰਦੇ ਵੀ ਦੁਨੀਆ ਦੇ ਵਿੱਚ ਤੂੰ ਬਿਲਕੁਲ ਇਸ ਤਰ੍ਹਾਂ ਅਸਲੀ ਦਿਸਣਾ ਵੀ ਜਿਵੇਂ ਤੇ ਬਿਲਕੁਲ ਸੰਸਾਰੀ, ਉਸੇ ਤਰ੍ਹਾਂ ਸੰਸਾਰੀਆਂ ਵਾਂਗੂ ਬੋਲਦਾ ਹੈ, ਉਸੇ ਤਰ੍ਹਾਂ ਕੰਮਕਾਰ ਕਰਦਾ, ਭੱਜ ਭੱਜ ਕੇ ਦੌੜਦਾ। ਲੋਕ ਕਹਿੰਦੇ ਵੀ ਫਸਿਆ ਹੋਇਆ, ਬੱਚਿਆਂ ਨਾਲ ਉਸੇ ਤਰ੍ਹਾਂ ਗੱਲਾਂ ਕਰੀ ਜਾਂਦਾ ਹੈ, ਉਸੇ ਤਰ੍ਹਾਂ ਵਿਚਰੀ ਜਾਂਦਾ ਹੈ। ਪਰ ਅੰਦਰੋਂ ਜਿਹੜਾ ਉਹਦਾ ਮਨ, ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ। ਬਨ ਸੇ ਸਦਨ ਸਭੈ ਕਰ ਸਮਝੋ, ਬਨ ਸੇ ਸਦਨ ਸਭੈ ਕਰ ਸਮਝੋ। ਮਨ ਹੀ ਮਾਹੇ ਉਦਾਸਾ, ਮਨ ਹੀ ਮਾਹੇ ਉਦਾਸਾ, ਮਨ ਹੀ ਮਾਹੇ ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ। ਇਹ ਗੱਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਸੰਨਿਆਸੀ ਨੂੰ ਕਹੀ ਸੀ। ਸਰੀਰ ਤੇ ਉਹਨੇ ਸਵਾਹ ਮਲੀ ਹੋਈ ਸੀ। ਹੁਣ ਕਈ ਵਾਰੀ ਭੁਲੇਖਾ ਪੈ ਜਾਂਦਾ, ਕੁਝ ਚੀਜ਼ਾਂ ਗਲ ਵਿੱਚ ਪਾ ਕੇ ਸਾਨੂੰ ਵੀ ਪੈ ਜਾਂਦਾ ਵੀ ਅਸੀਂ ਬਣ ਗਏ ਕੁਝ। ਉਹ ਵੀ ਭੁਲੇਖੇ ਵਿੱਚ ਸੀ ਵੀ ਮੈਂ ਸੰਨਿਆਸੀ ਬਣ ਗਿਆ। ਉਹਨੂੰ ਪਤਾ ਨਹੀਂ ਸੀ ਵੀ ਸਾਹ ਮਲਿਆ ਸੰਨਿਆਸੀ ਨਹੀਂ ਬਣਦਾ। ਅਸਲ ਵਿੱਚ ਸਵਾਹ ਉਹਨੇ ਮਲੀ ਸੀ, ਤੇ ਸਵਾਹ ਦੇ ਵਿਗਿਆਨ ਦਾ ਪਤਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੀ ਸਵਾਹ ਕਾਹਦੇ ਵਾਸਤੇ ਮਲਦੇ ਨੇ, ਉਹ ਹੋਰ ਗੱਲ ਹੁੰਦੀ। ਬਹੁਤੇ ਸੰਨਿਆਸੀਆਂ ਨੂੰ ਵੀ ਪਤਾ ਕੋਈ ਨਹੀਂ ਵੀ ਇਹ ਸਵਾਹ ਦੀ ਪ੍ਰਥਾ ਕਿਉਂ ਚੱਲੀ। ਅਸਲ ਵਿੱਚ ਇੱਕ ਵਿਗਿਆਨ, ਕਿਉਂਕਿ ਉਹ ਕੱਪੜੇ ਨਹੀਂ ਪਾਉਂਦੇ, ਤੇ ਜਦੋਂ ਕੱਪੜੇ ਨਾ ਪਾਓ ਤੇ ਠੰਡ ਲੱਗਣੀ। ਠੰਡ ਤੋਂ ਬਚਣ ਦਾ ਇੱਕ ਯੋਗ ਤੰਤਰ ਨੇ ਵਿਗਿਆਨ ਕੱਢਿਆ ਹੈ, ਤੇ ਮੈਡੀਕਲ ਵੀ ਇਹਨੂੰ ਮੰਨਦਾ ਸਰੀਰ ਦਾ, ਵੀ ਸਰੀਰ ਦੇ ਰੋਮ ਬੰਦ ਕਰ ਦਿਓ ਕਿਸੇ ਵੀ ਚੀਜ਼ ਨਾਲ, ਭਾਵੇਂ ਸਵਾਹ ਨਾਲ ਕਰ ਦਿਓ, ਭਾਵੇਂ ਕਿਸੇ ਹੋਰ ਚੀਜ਼ ਨਾਲ। ਰੋਮ ਨਹੀਂ ਖੁੱਲ੍ਹਣੇ ਚਾਹੀਦੇ, ਕਿਉਂਕਿ ਅਸੀਂ ਸਵਾਸ ਜਿਹੜੇ ਇਕੱਲੇ ਮੂੰਹ ਰਾਹੀਂ ਨਹੀਂ ਲੈਂਦੇ, ਰੋਮਾਂ ਦੇ ਰਾਹੀਂ ਵੀ ਸਵਾਸ ਲੈਂਦੇ। ਹਵਾ ਅੰਦਰ ਜਾਂਦੀ, ਅੰਦਰੋਂ ਬਾਹਰ ਨਿਕਲਦੀ, ਬਾਹਰੋਂ ਅੰਦਰ ਜਾਂਦੀ।
ਉਹ ਜਦੋਂ ਬਹੁਤੀ ਠੰਡ ਹੁੰਦੀ ਹੈ ਬਰਫ਼ ਆਦਿਕ, ਤੇ ਉਹਦੇ ਵਿੱਚ ਸਵਾਹ ਚੰਗੀ ਤਰ੍ਹਾਂ ਦੱਬ ਕੇ ਮਲਦੇ ਤੇ ਸਵਾਹ ਅੜ ਜਾਂਦੀ ਰੋਮਾਂ ਦੇ ਅੱਗੇ, ਫਿਰ ਠੰਡ ਨਹੀਂ ਲੱਗਦੀ। ਪੂਰੇ ਵੱਡੇ ਕੰਬਲ ਜਿੰਨਾ ਨਿੱਘ ਆ ਜਾਂਦਾ ਉਹਨਾਂ ਨੂੰ। ਉਹ ਤਾਂ ਕੀਤਾ ਸੀ ਉਹਨਾਂ ਨੇ, ਗਰਮੀ ਤੋਂ ਵੀ ਬਚਾਅ ਹੋ ਸਕਦਾ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਤੋਂ। ਯਾਨੀ ਕਿ ਰੋਮਾਂ ਦੇ ਦੁਆਰ ਉਹਦੇ ਵਿੱਚ ਇੰਟਰ ਹੋਣ ਵਾਲੀ ਚੀਜ਼ ਬੰਦ ਕਰ ਦਿੰਦੇ। ਸਤਿਗੁਰੂ ਨੇ ਕਿਹਾ ਇਹਦੇ ਨਾਲ ਕੋਈ ਸੰਨਿਆਸੀ ਨਹੀਂ, ਤੇ ਤੂੰ ਕੰਬਲ ਲੈ ਲੈ, ਚੱਲ ਨਹੀਂ ਮਿਲਿਆ ਤੇ ਸਵਾਹ ਮਲ ਲੈ, ਕੋਈ ਗੱਲ ਨਹੀਂ। ਉਦਾਸੀ ਸੰਨਿਆਸ ਤੇਰੇ ਅੰਦਰ ਹੈ। ਭਾਈ ਗੁਰਦਾਸ ਜੀ ਉਹਨੂੰ ਕਹਿ ਰਹੇ ਨੇ। ਹੁਣ ਅਗਲੀਆਂ ਪੌੜੀਆਂ ਦੇ ਵਿੱਚ ਹੋਰ ਗੁਰਸਿੱਖ ਦਾ ਜੀਵਨ ਖੋਲ੍ਹੀ ਜਾਣਗੇ, ਕਿਵੇਂ ਕਿਵੇਂ ਜਿਉਂਦਾ, ਕਿਵੇਂ ਰਹਿੰਦਾ। 6ਵੀਂ ਪੌੜੀ ਵਿੱਚ ਕਹਿੰਦੇ, ਪਰ ਘਰ ਜਾਏ ਪਰਹੁਣਾ, ਆਸਾ ਵਿੱਚ ਨਿਰਾਸ਼ ਬੁਲਾਏ। ਕਹਿੰਦੇ ਗੁਰਮੁਖ ਗੁਰਸਿੱਖ ਇਸ ਤਰ੍ਹਾਂ ਦਾ ਜੀਵਨ ਲੈ ਕੇ ਜਿਉਂਦਾ ਜਿਵੇਂ ਪ੍ਰਾਹੁਣਾ ਦੂਜੇ ਦੇ ਘਰ ਵਿੱਚ ਗਿਆ। ਸਾਰੇ ਲੋਕ ਪ੍ਰਾਹੁਣੇ ਕਿਤੇ ਨਾ ਕਿਤੇ ਜਾਂਦੇ ਨੇ, ਉਹਦਾ ਤਜਰਬਾ ਸਾਰਿਆਂ ਨੂੰ ਹੋਵੇਗਾ। ਪ੍ਰਾਹੁਣਾ ਬਣ ਕੇ ਗਿਆ। ਭਾਈ ਸਾਹਿਬ ਕਹਿੰਦੇ ਵੀ ਗੁਰਸਿੱਖ ਇਸ ਦੁਨੀਆ ਵਿੱਚ ਪ੍ਰਾਹੁਣੇ ਵਾਂਗੂ ਰਹਿੰਦਾ। ਪ੍ਰਾਹੁਣੇ ਵਾਂਗ ਕੀ ਅਰਥ ਕੀ ਹੋਏ ਦੇ? ਪ੍ਰਾਹੁਣੇ ਵਾਂਗ ਰਹਿੰਦਾ ਵੀ ਉੱਥੇ ਰਹਿ ਜ਼ਰੂਰ ਰਿਹਾ ਹੈ, ਇੱਕ ਪਾਸੇ ਤੇ ਉਦਾਸੀ ਵਿੱਚ ਅੰਦਰੋਂ, ਖੁੱਬਾ ਨਹੀਂ ਉਸ ਘਰ ਵਿੱਚ। ਉਸ ਘਰ ਵਿੱਚ ਸੁੱਤਾ ਜ਼ਰੂਰ, ਰੋਟੀ ਜ਼ਰੂਰ ਖਾਧੀ, ਬੜਾ ਸੋਹਣਾ ਘਰ ਸੀ, ਮਖਮਲ ਦੀ ਸੇਜਾ ਵਿਛੀ ਹੋਈ, 36 ਪ੍ਰਕਾਰ ਦੇ ਪਦਾਰਥ ਖਾਣ ਨੂੰ ਮਿਲੇ, ਪਰ ਉਹਨਾਂ ਚੀਜ਼ਾਂ ਦੇ ਵਿੱਚ ਮੋਹ ਨਹੀਂ ਪਾਉਂਦਾ, ਕਿਉਂਕਿ ਉਹਨੂੰ ਪਤਾ ਵੀ ਮੈਂ ਕੱਲ ਪਰਸੋਂ ਜਾਂ ਚੌਥੇ ਇੱਥੋਂ ਅੱਗੇ ਚਲੇ ਜਾਣਾ। ਖੁੱਬਦਾ ਨਹੀਂ ਉਹਦੇ ਵਿੱਚ। ਪਰ ਇੱਕ ਦੂਜਾ ਵੀ ਪੱਖ ਹੈ, ਕਹਿੰਦੇ ਵੀ ਪ੍ਰਾਹੁਣਾ ਘਰ ਦੇ ਜੀਆਂ ਨਾਲੋਂ ਖਾਂਦਾ ਵੀ ਚੰਗਾ ਹੈ ਤੇ ਪਾਉਂਦਾ ਵੀ ਚੰਗਾ ਹੈ। ਇਹਨੂੰ ਕਹਿੰਦੇ ਨੇ ਮੀਰੀ ਤੇ ਪੀਰੀ ਦਾ ਸਿਧਾਂਤ। ਇਹ ਨਹੀਂ ਵੀ ਉਹਨੇ ਲੀਰਾਂ ਪਾਈਆਂ ਹੋਈਆਂ, ਕੱਪੜੇ ਬੜੇ ਸੋਹਣੇ ਪਾਏ ਨੇ। ਇੱਕ ਪਾਸੇ ਅੰਦਰੋਂ ਉਦਾਸ ਹੈ ਵੀ ਇਹ ਘਰ ਮੇਰਾ ਨਹੀਂ, ਪਰ ਦੂਜੇ ਪਾਸੇ ਸ਼ਾਹੀ ਠਾਠ ਵਿੱਚ ਜੀ ਰਿਹਾ, ਲੰਗਰ ਪਾਣੀ ਸਾਰਿਆਂ ਤੋਂ ਵਧੀਆ ਖਾਂਦਾ ਤੇ ਪਹਿਲਾਂ ਮਿਲਦਾ ਉਹਨੂੰ ਸਭ ਤੋਂ। ਕੱਪੜੇ ਬਹੁਤ ਵਧੀਆ ਪਾਉਂਦਾ ਹੈ, ਚੰਗਾ ਤਿਆਰ ਬਰ ਤਿਆਰ ਹੋ ਕੇ ਠਾਠ ਬਾਠ ਕਰਕੇ ਰਹਿੰਦਾ। ਸਤਿਗੁਰੂ ਕਹਿੰਦੇ ਮੇਰਾ ਸਿੱਖ ਇਸ ਤਰ੍ਹਾਂ ਦਾ ਹੋਵੇਗਾ ਦੁਨੀਆ ਦੇ ਵਿੱਚ। ਬਾਹਰੋਂ ਉਹਨੂੰ ਵੇਖੋ ਬਾਦਸ਼ਾਹ ਲੱਗੇਗਾ ਤੇ ਅੰਦਰੋਂ ਵੇਖੋ ਤੇ ਦਰਵੇਸ਼ ਹੋਵੇਗਾ। ਅੰਦਰੋਂ ਖੁੱਬੇਗਾ ਨਹੀਂ ਤੇ ਬਾਹਰੋਂ ਬਾਦਸ਼ਾਹ ਹੋਵੇਗਾ, ਰਾਜਾ ਹੋਵੇਗਾ। ਇਸ ਤਰ੍ਹਾਂ ਦੀ ਦਾਤ ਬਖਸ਼ ਦਿੱਤੀ। ਕਹਿੰਦੇ ਆਸਾ ਵਿੱਚ ਨਿਰਾਸ਼ ਬੁਲਾਏ। ਭਾਈ ਸਾਹਿਬ ਅੱਗੇ ਕਹਿੰਦੇ, ਪਾਣੀ ਅੰਦਰ ਕਬਲ ਜਿਉਂ, ਸੂਰਜ ਧਿਆਨ ਅਲਿਪਤ ਰਹਾਏ। ਪਾਣੀ ਦੇ ਵਿੱਚ ਜਿਵੇਂ ਕਮਲ ਦਾ ਫੁੱਲ ਜਿਹੜਾ ਨਾ, ਉਹਦੀ ਜੜ ਤੇ ਲੱਗੀ ਹੈ ਚਿੱਕੜ ਵਿੱਚ, ਪਰ ਫੁੱਲ ਖਿੜਿਆ ਬਾਹਰ ਆਕਾਸ਼ ਵਿੱਚ, ਉਹ ਪਾਣੀ ਵਿੱਚ ਨੇ। ਭਾਈ ਗੁਰਦਾਸ ਕਹਿੰਦੇ ਵੀ ਸਿੱਖ ਦੇ ਮਨ ਦਾ ਇੱਕ ਹਿੱਸਾ ਤੇ ਚਿੱਕੜ ਵਿੱਚ, ਯਾਨੀ ਕਿ ਸੰਸਾਰ ਵਿੱਚ ਖੁੱਬਾ ਹੈ, ਕਾਰੋਬਾਰ ਵਿੱਚ, ਕੰਮ ਵਿੱਚ। ਪਰ ਜਿਹੜਾ ਦੂਜਾ ਹਿੱਸਾ ਹੈ ਨਾ ਮਨ ਦਾ ਦੂਸਰਾ ਸਿਰਾ, ਉਹ ਵਾਹਿਗੁਰੂ ਦੇ ਘਰ ਵਿੱਚ ਉੱਚਾ ਦੁਨੀਆ ਦੇ ਪਾਣੀ ਤੋਂ, ਚਿੱਕੜ ਤੋਂ ਬਾਹਰ ਰਹਿੰਦਾ ਹੈ। ਸੁਰਤ ਦਾ ਇੱਕ ਹਿੱਸਾ ਨਾਮ ਨਾਲ ਜੁੜਿਆ ਰਹਿੰਦਾ, ਦੂਜਾ ਹਿੱਸਾ ਸੰਸਾਰ ਨਾਲ ਜੁੜਿਆ ਰਹਿੰਦਾ ਹੈ। ਤੇ ਕਮਲ ਦੇ ਫੁੱਲ ਵਿੱਚ ਯੋਗਤਾ ਹੈ ਕਿ ਉਹ ਬਦਬੂ ਨੂੰ ਸੁਗੰਧੀ ਦੇ ਵਿੱਚ ਟਰਾਂਸਫਰ ਕਰ ਦਿੰਦਾ, ਬਦਲ ਦਿੰਦਾ। ਤੁਸੀਂ ਵੇਖੋ ਆ ਸਾਹਮਣੇ ਫੁੱਲ ਲੱਗੇ ਨੇ, ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਜਿਹੜੀ ਮਲੀ ਪਾਈ ਗਈ ਹੈ ਨਾ, ਉਹਦੇ ਨੇੜੇ ਜਾਓ ਤੇ ਬਦਬੂ ਆਵੇਗੀ। ਜੜ੍ਹਾਂ ਦੇ ਵਿੱਚ ਗੋਹਾ ਪਾਇਆ, ਉਹਦੇ ਵਿੱਚੋਂ ਬਦਬੂ ਆਉਂਦੀ। ਫੁੱਲ ਨੇ ਕੀ ਕੀਤਾ? ਜੜ੍ਹਾਂ ਦੇ ਰਾਹੀਂ ਉੱਥੋਂ ਬਦਬੂ ਖਿੱਚੀ, ਆਪਣੇ ਤਣੇ ਦੇ ਰਾਹੀਂ ਫੁੱਲ ਤੱਕ ਲੈ ਕੇ ਆਂਦੀ। ਪਰ ਜਦੋਂ ਫੁੱਲ ਖਿੜਿਆ ਨਾ, ਫੁੱਲ ਵਿੱਚੋਂ ਸੁਗੰਧ ਆਉਣ ਲੱਗ ਪਈ। ਇਹ ਉਦਾਹਰਨ ਤਾਂ ਦਿੱਤੀ ਵੀ ਜਿਹੜਾ ਸਾਡਾ ਸਰੀਰ ਹੈ ਤੇ ਇਹ ਮਾਇਆ ਦਾ ਇੱਕ ਹਿੱਸਾ ਤੇ ਬਦਬੂ ਨਾਲ ਭਰਿਆ ਹੋਇਆ, ਪਰ ਜਦੋਂ ਗੁਰਸਿੱਖਾਂ ਨੇ ਇਹਨੂੰ ਗੁਰੂ ਕੇ ਸ਼ਬਦ ਨਾਲ, ਗੁਰਬਾਣੀ ਨਾਲ ਜੋੜ ਦਿੱਤਾ ਤੇ ਇਹਦੇ ਵਿੱਚੋਂ ਹੀ ਨਾਮ ਦੀ ਸੁਗੰਧ ਆਉਣ ਲੱਗ ਪਈ। ਇਸ ਤਰ੍ਹਾਂ ਦਾ ਗੁਰਮੁਖ ਦਾ ਜੀਵਨ ਹੈ। ਸੂਰਜ ਧਿਆਨ, ਸੂਰਜ ਨੂੰ ਵੇਖ ਕੇ ਉਹ ਖਿੜਦਾ ਤੇ ਅਲਿਪਤ ਰਹਿੰਦਾ ਪਾਣੀ ਦੇ ਵਿੱਚ। ਇਸ ਤਰ੍ਹਾਂ ਕਹਿੰਦੇ, ਸ਼ਬਦ ਸੁਰਤ ਸਤ ਸੰਗ ਮਿਲ, ਗੁਰ ਚੇਲੇ ਦੀ ਸੰਧ ਮਿਲਾਏ। ਸੰਧ ਸ਼ਬਦ ਬਹੁਤ ਪਿਆਰਾ ਹੈ। ਸੰਧ ਸ਼ਬਦ ਸੰਧੀ ਤੋਂ ਬਣਿਆ, ਸੰਧੀ ਸ਼ਬਦ ਸਮਝੌਤੇ ਤੋਂ ਬਣਿਆ, ਸਮਝੌਤਾ ਸ਼ਬਦ ਸਾਂਝ ਤੋਂ ਬਣਿਆ ਤੇ ਸਾਂਝ ਸ਼ਬਦ ਮਿਲਾਪ ਤੋਂ ਬਣਿਆ। ਕਹਿੰਦੇ ਸਤ ਸੰਗਤ ਦੇ ਵਿੱਚ ਗੁਰਸਿੱਖ ਆਪਣੀ ਸੁਰਤ ਦੀ ਸਾਂਝ ਸ਼ਬਦ ਨਾਲ ਪਾਉਂਦਾ ਹੈ, ਜਿਹੜੀ ਤੁਸੀਂ ਰੋਜ਼ ਨਾਮ ਜਪਦੇ ਹੋ, ਸਿਮਰਨ ਕਰਦੇ ਹੋ। ਕਹਿੰਦੇ ਸ਼ਬਦ ਸੁਰਤ ਸਤ ਸੰਗ ਮਿਲ,
गुर चेले दी संध मिलाए, अपनी टुटी हुई सुरत नूं जिहड़ी कदी किधर अवारा पशु दे वांगू मन भाउंदा फिरदा, कदी पक्खे वेखी जांदा, कदी बाहर सोचदा बई गड्डी नूं लोक भी लाया कि नहीं लाया, किते वो ना हो जाए दुकान ते कौन सी घर विच कौन। वो जिहड़ी अवारा हुई सुरती है ना, ਉਹਨੂੰ खिच के शब्द नाल संधि करा दिंदा, यानी कि जोड़ पा दिंदा, संध कर देना। इस करके ये शब्द कह रहे ने, संध मिलाए चार वर्ण गुरसिख होए, साध संगत सचखंड बसाए। कोई बंदा जदों सतसंगी बन गया, भावें किहड़े वर्ण दा है, किहड़ी जात दा है, किहड़े धर्म दा है, किहड़े देश दा है, ਉਹਦਾ एक रूप हो गया। पर इत्थे एक ध्यान रखना, उस योगता ते जाके एक होवेगा, उस तो पहला नहीं। बाहरों कह देना भी नीवीं ते उच्ची जात एक हो गई, जिदन नीवीं ते उच्ची एक जात हो गई, अंदरों गल खत्म हो जाएगी, विचों नष्ट हो जाएगी। जिवें भगत रविदास जी की गल खत्म हुई, उन्होंने चेता ही नहीं रहा भी मेरी जात किहड़ी। कबीर नूं परवाह ही नहीं रही, चेता नहीं रही। जिथे उच्ची जात का हंकार माड़ा है, उत्थे नीवीं जात की हीनता भी उस तरह माड़ी है, उन्होंने भी छड्डना। जदों अंदर सिर्फ ते सिर्फ जिहड़ा उस ब्रह्म दे विच लीन हुंदा, जात दे दोष उहदे विचों खत्म हुंदे ने, ते सारे लोकां विच जात का प्रभाव रहिंदा है, असर रहिंदा है। जिहड़ा उहदे विच लीन हो गया, उहदे तो अगे चले गया। उहदे भाई गुरदास जी कहिंदे, साध संगत सचखंड वसाए, इक्को हो गए सारे। फिर कहते आप गवाए तंबोल रस, खाए चबाए सुरंग चढ़ाए। जिहड़ा तंबोल चपदे ना, पुराने समय विच अमीर लोग तंबोल चपदे। तंबोल दा तंबोला शब्द जिहड़ा ना, एक ऐसी वस्तु हुंदी है तंबोल, जिहड़ी कई चीज़ां नूं 6-7 चीज़ां नूं रला के एक गोली जी बनदी है। गुरबाणी विच शब्द आउंदा है कि यह तंबोला खाए री, गुर का शब्द कर दीप को, ये सच की सेज बिछाए री। 8 पहर कर जोड़ रहो, तो भेटै हर राय री। ए मन सुंदर अपना, हर नाम मजीठै रंग री। त्याग सियाणप चातरी, तू जान गोपालै संग री। ਇਹਦੇ ਵਿੱਚ ਤੰਬੋਲ ਸ਼ਬਦ ਆਉਂਦਾ ਹੈ। ਕਹਿੰਦੇ ਜਿਵੇਂ ਤੰਬੋਲ ਦੇ ਵਿੱਚ ਕਈ ਚੀਜ਼ਾਂ ਪਈਆਂ ਹੁੰਦੀਆਂ ਨੇ, ਜਦੋਂ ਸਾਰੀਆਂ ਨੂੰ ਇਕੱਠਿਆਂ ਨੂੰ ਚੱਬੀਦਾ ਤੇ ਰੰਗ ਲਾਲ ਹੋ ਜਾਂਦਾ ਮੂੰਹ ਦੇ ਵਿੱਚ। ਇਸੇ ਤਰ੍ਹਾਂ ਸਾਧ ਸੰਗਤ ਵਿੱਚ ਜਿੰਨੇ ਲੋਕ ਆਉਂਦੇ ਨੇ, ਜਦੋਂ ਇਕਾਗਰ ਹੋ ਜਾਂਦੇ ਨੇ, ਇਕੱਠੇ ਹੋ ਜਾਂਦੇ, ਤੇ ਸਾਰਿਆਂ ਦਾ ਰੰਗ ਲਾਲ, ਯਾਨੀ ਕਿ ਪ੍ਰੇਮ ਵਾਲਾ ਬਣ ਜਾਂਦਾ। ਫਿਰ ਕਹਿੰਦੇ 6 ਦਰਸ਼ਨ ਤਰਸਨ ਖੜੇ, 12 ਪੰਥ ਗ੍ਰੰਥ ਸੁਣਾਏ। 6 ਸ਼ਾਸਤਰ ਪੜ੍ਹਨ ਵਾਲੇ ਤੇ 12 ਗ੍ਰੰਥ, 12 ਪੰਥ, 12 ਯੋਗੀਆਂ ਦੇ ਜਿਹੜੇ ਰਾਹ ਨੇ, ਇਹ ਸਾਰੇ ਦੇ ਸਾਰੇ ਲੋਕ ਤਰਸਦੇ ਰਹਿੰਦੇ ਨੇ ਉਸ ਅਵਸਥਾ ਨੂੰ, ਜਿਹੜੀ ਅਵਸਥਾ ਗੁਰਸਿੱਖ ਗੁਰਬਾਣੀ ਦਾ ਅਭਿਆਸ ਕਰਕੇ ਪ੍ਰਾਪਤ ਕਰ ਲੈਂਦੇ। ਬੜੀਆਂ ਬੜੀਆਂ ਵੱਡੀਆਂ ਅਵਸਥਾ ਨੇ। ਅੱਜ ਦੇ ਸਮੇਂ ਦੇ ਵਿੱਚ ਵੀ ਜੇ ਥੋੜ੍ਹਾ ਜਿਹਾ ਇਸ ਚੀਜ਼ ਨੂੰ ਮਿਣਿਆ ਤੋਲਿਆ ਜਾਏ, ਤੇ ਗੁਰਸਿੱਖਾਂ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਅਭਿਆਸੀ ਨੇ ਉੱਚੀ ਅਵਸਥਾ ਵਾਲੇ। ਭਾਵੇਂ ਸਾਰੀਆਂ ਕੌਮਾਂ ਦੇ ਵਿੱਚ ਨੇ, ਉੱਚੀਆਂ ਅਵਸਥਾ ਵਾਲੇ ਨੇ। ਆ ਛੋਟੀਆਂ ਛੋਟੀਆਂ ਗੱਲਾਂ ਕਰਨ ਵਾਲੇ, ਕੋਈ ਦਸਮ ਦੁਆਰੇ ਦੀ ਗੱਲ ਕਰਦਾ, ਕੋਈ ਅਨਹੱਦੀ, ਇਹ ਤੇ ਸਾਧ ਸੰਗਤ ਜੀ ਨੀਵੀਆਂ ਗੱਲਾਂ ਨੇ ਗੁਰਸਿੱਖੀ ਦੇ ਵਿੱਚ, ਬਹੁਤੀਆਂ ਉੱਚੀਆਂ ਨਹੀਂ। ਕਈ ਤੁਹਾਨੂੰ ਮਿਲਣਗੇ ਕਹਿੰਦੇ ਤੁਹਾਡਾ 10ਵਾਂ ਦੁਆਰਾ ਖੁੱਲ੍ਹਿਆ ਕਿ ਨਹੀਂ, ਤੁਹਾਡਾ ਅਨਹਦ ਵੱਜਿਆ। ਇਹ ਗੱਲਾਂ ਤੇ ਹੈਣ, ਪਰ ਇਹ ਸਾਧ ਸੰਗਤ ਜੀ ਇਹ ਚੀਜ਼ਾਂ ਜਿਹੜੀਆਂ ਮਾਨਸਿਕ ਮੰਡਲ ਵਿੱਚ ਕੰਮ ਕਰਦੀਆਂ, ਸਰੀਰਕ ਮੰਡਲ ਵਿੱਚ, ਪ੍ਰਾਣ ਮੰਡਲ ਵਿੱਚ ਇੱਥੇ ਵਰਦੀਆਂ ਨੇ। ਗੁਰਸਿੱਖੀ ਦਾ ਸੰਬੰਧ ਸੁਰਤ ਦਾ ਸ਼ਬਦ ਨਾਲ ਮੇਲ। ਸੁਰਤ ਅਭਿਆਸ ਇਹਨਾਂ ਤਿੰਨਾਂ ਚੀਜ਼ਾਂ ਤੋਂ ਉੱਚੀ, ਸਰੀਰ ਦੇ ਅਭਿਆਸ ਨਾਲੋਂ, ਮਨ ਦੇ ਅਭਿਆਸ ਨਾਲੋਂ ਤੇ ਪ੍ਰਾਣ ਦੇ ਅਭਿਆਸ ਨਾਲੋਂ। ਉਹ ਸੁਰਤ ਦੀ ਅਵਸਥਾ ਹੈ, ਆਪਣੇ ਖਿਆਲਾਤ ਨੂੰ ਤਬਦੀਲ ਕਰ ਦੇਣਾ, ਉਹਦੇ ਵਿੱਚ ਲੀਨ ਹੋ ਜਾਣਾ। ਕਹਿੰਦੇ ਇਹ ਸਾਰੇ ਤਰਸਦੇ ਰਹਿੰਦੇ, ਇਹਨਾਂ ਨੂੰ ਉਹ ਸਕੂਨ, ਉਹ ਸ਼ਾਂਤੀ ਨਹੀਂ ਮਿਲਦੀ। ਇਹਨਾਂ ਰਿੱਧੀਆਂ ਸਿੱਧੀਆਂ ਵਾਲਿਆਂ ਨੂੰ ਅੰਦਰੋਂ ਤਪਦੇ ਰਹਿੰਦੇ ਵਿਚਾਰੇ। ਜਿਹੜੀ ਦਾਤ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਪ੍ਰਾਪਤ ਹੁੰਦੀ ਹੈ, ਜਿਵੇਂ ਕਹਿੰਦੇ 6 ਰੁੱਤ 12 ਮਾਸ ਕਰ, ਇੱਕ ਇੱਕ ਸੂਰਜ ਚੰਦ ਦਿਖਾਏ। ਰੁੱਤਾਂ ਕਈ ਨੇ,
पर सूरज विच सारियां बरकतां ने। इस तरह नाम दे विच सारियां बरकतां ने, जिन्ने मजहब धर्म ने तरसदे रहिंदे ने। 12-16 मेल कै ससीर अंदर सूर समाए। कहंदे जिवें 12 रासां ने सूरज दियां ते 16 कलां ने चंद्रमा दियां, उन्हां नूं सारियां नूं जोड़ दईए, इकट्ठियां कर दईए ते सूरज चंद्रमा दे विच समा गया। ਇਹਦਾ ਭਾਵ सूरज गर्म हुंदा है ते चंद्रमा ठंडा हुंदा है। कहंदे गुरसिख नाम की कमाई करके अपने क्रोध वाले सुभाਅ नूं शांति दे विच जजब कर दिंदा, खत्म कर दिंदा, ਉਹਦੇ विच टिक जांदा ਉਹਦਾ मन। शिव शक्ति नूं लंघ कै गुरमुख एक मन एक ध्याए। शिव शक्ति साडे जीवन की तामस शक्ति ते सातक शक्ति, ये थोड़े जे महंगे शब्द। तामस जिवें ਉਹ ਸ਼ਕਤੀ ਸਾਡੀ ਜਿਹੜੀ ਸਿਰਫ ਖਾਣ ਪੀਣ ਵਿੱਚ ਲੱਗੀ ਰਹਿੰਦੀ, ਉਹ ਕਹਿੰਦੇ, ਤੇ ਜਿਹੜੀ ਧਰਮ ਵਾਲੇ ਪਾਸੇ ਤੁਰਦੀ ਉਹਨੂੰ ਸ਼ਿਵ ਸ਼ਕਤੀ ਕਹਿੰਦੇ ਨੇ, ਤੇ ਮਾਇਆ ਦੀ ਸ਼ਕਤੀ ਕਹਿੰਦੇ ਤਾਮਸ ਵਾਲੀ। ਦੋਵਾਂ ਨੂੰ ਲੰਘ ਕੇ ਗੁਰਮੁਖ ਇੱਕ ਵਿੱਚ ਸਮਾ ਗਏ। ਕਹਿੰਦੇ ਪੈਰੀ ਪੈ ਜਗ ਪੈਰੀ ਪਾਏ। ਗੁਰਮੁਖਾਂ ਦੇ ਕੋਲ ਇੱਕ ਬਹੁਤ ਵੱਡਾ ਗੁਣ ਹੈ, ਗੁਰਸਿੱਖਾਂ ਦੇ ਅੰਦਰ ਉਹ ਨਿਮਰਤਾ ਵਿੱਚ ਰਹਿੰਦੇ ਨੇ, ਤੇ ਨਿਮਰਤਾ ਦੇ ਵਿੱਚ ਵਰਤਨ ਕਰਕੇ ਉਹਨਾਂ ਨੂੰ ਫਿਰ ਜਗਤ ਦੇ ਵਿੱਚ ਸਤਿਕਾਰ ਮਿਲਦਾ ਹੈ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਹੋਰ ਕਈ ਗੁਣ ਇੱਥੇ ਭਾਈ ਗੁਰਦਾਸ ਜੀ ਅੱਗੇ ਦੱਸ ਰਹੇ ਨੇ, ਮੈਂ ਆਪ ਜੀ ਨਾਲ ਸਾਂਝੇ ਕਰਾਂ। 10ਵੀਂ ਪੌੜੀ ਵਿੱਚ ਕਿਰਪਾ ਕੀਤੀ। ਕਹਿੰਦੇ ਸ਼ਬਦ ਸੁਰਤ ਲਿਵ ਸਾਧ ਸੰਗ, पंच शब्द एक शब्द मिलाए। शब्द सुरत का अभ्यास करके साध संगत विच 5 तरह के जिहड़े शब्द अनहद शब्द ने उन्होंने एक शब्द विच नाम विच जोड़ दिता। राग नाद संवाद लख, भाखिया भाव सुभाव अलाए। कहंदे लखां राग, लखां वाद विवाद ते संवाद, लखां तरह की विद्या ते लखां तरह की बोली, सारी इक्को जदों गुरमुख शब्द सुरत यानी कि नाम जपते हैं, वो सारियां बरकतां उहदे विच इकट्ठियां हो के आ गई। अगे कहंदे गुरमुख ब्रह्म ध्यान धुन जाणै, जंतरी जंतर बजाए। इहदे विच भाई गुरदास जी ने सिੱਖੀ ਦੀ महंगी स्टडी के बहुत सारे नां लए ने, ध्यान दिओ। वैसे जदों मैं नां शब्द वरतना ਤੇ ਸਾਡੀਆਂ ਵਿਆਖਿਆਵਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਬਹੁਤ ਨਾਂ ਘੱਟ ਲਏ ਗਏ। ਇਹਦੇ ਤੋਂ ਅਸੀਂ ਵਾਂਝੇ ਹਾਂ। ਧੁਨ ਧਿਆਨ, ਸ਼ਬਦ ਸੁਰਤ, ਲਿਵ ਲਾਉਣੀ, ਇਹ ਗੱਲਾਂ ਸਾਡੇ ਵਿੱਚ ਬੜੀਆਂ ਘੱਟ ਨੇ। ਕਿਉਂ? ਕਿਉਂਕਿ ਇਹਨਾਂ ਨੂੰ ਅਸੀਂ ਸਿਰਫ ਬੋਲਨੇ ਆ, ਅਸੀਂ ਇਹਨਾਂ ਨੂੰ ਕਦੇ ਵਿਚਾਰਦੇ ਨਹੀਂ। ਧੁਨ ਧਿਆਨ, ਗੁਰਮੁਖ ਬ੍ਰਹਮ ਧਿਆਨ ਧੁਨ, ਇਹ ਦੋ ਚੀਜ਼ਾਂ ਦਾ ਬੜਾ ਜੋੜ ਹੈ। ਸਾਡਾ ਧਿਆਨ ਜਿਹੜਾ ਨਾ ਸਦਾ ਹੀ ਧੁਨ ਵਿੱਚ ਲੱਗਦਾ। ਧੁਨ ਉਹਨੂੰ ਕਹਿੰਦੇ ਨੇ ਜਿਹੜੀ ਇੱਕ ਲਗਾਤਾਰ ਲੈ ਹੁੰਦੀ ਆਵਾਜ਼। ਜਿਵੇਂ ਤੁਸੀਂ ਵੇਖੋਗੇ ਨਾ, ਕਿਸੇ ਬੰਦੇ ਨੂੰ ਨੀਂਦ ਨਹੀਂ ਆਉਂਦੀ, ਤੁਸੀਂ ਇੱਥੇ ਬੈਠੇ ਹੋ, ਜੇ ਤੁਹਾਡੀ ਧੁਨ ਥੋੜ੍ਹੀ ਜਿਹੀ ਕਥਾ ਵਿੱਚੋਂ ਨਿਕਲ ਕੇ ਆ ਪੱਖੇ ਦੀ ਇੱਕ ਧੁਨ ਆ ਰਹੀ ਹੈ, ਤੁਸੀਂ ਚੁੱਪ ਕਰਕੇ ਵੇਖੋਗੇ ਨਾ, ਪੱਖਾ ਚੱਲ ਰਿਹਾ, ਪੱਖੇ ਵਿੱਚੋਂ ਇੱਕ ਧੁਨ ਆ ਰਹੀ ਹੈ ਲਗਾਤਾਰ ਡਾਇਰੈਕਟ, ਉਹਦੇ ਵਿੱਚ ਕੋਈ ਗਾਇਬ ਨਹੀਂ ਪੈਂਦਾ। ਤਾਂ ਜਦੋਂ ਤੁਸੀਂ ਬਹੁਤਾ ਉਹਦੇ ਵਿੱਚ ਧਿਆਨ ਲਾਓਗੇ ਤਾਂ ਤੁਹਾਨੂੰ ਊਂਘ ਆਉਣ ਲੱਗ ਜਾਏਗੀ, ਨੀਂਦ ਆਉਣ ਲੱਗ ਜਾਏਗੀ, ਕਿਉਂਕਿ ਧਿਆਨ ਇਕਾਗਰ ਹੋ ਜਾਏ। ਜਿਸ ਬੰਦੇ ਨੂੰ ਕਿਤੇ ਨੀਂਦ ਨਹੀਂ ਆਉਂਦੀ, ਉਹ ਅੱਗੇ ਡਰਾਈਵਰ ਦੇ ਨਾਲ ਸੀਟ ਤੇ ਬੈਠਾ ਹੋਵੇ, ਉਹ ਇੰਜਣ ਦੀ ਇੱਕ ਜਿਹੜੀ ਟਿਊਨਿੰਗ ਆਉਂਦੀ ਹੈ ਆਵਾਜ਼, ਉਹਨੂੰ ਇੱਕ ਤਰ੍ਹਾਂ ਸੁਣਦਾ ਉਂਗਣ ਲੱਗ ਪੈਂਦਾ, ਸੌਂ ਜਾਂਦਾ ਹੈ। ਕਿਉਂਕਿ ਧੁਨ ਜਿਹੜੀ ਹੈ ਧਿਆਨ ਨੂੰ ਇਕਾਗਰ ਕਰਦੀ। ਨੀਂਦ ਵਾਸਤੇ ਇਕਾਗਰਤਾ ਦੀ ਲੋੜ ਹੈ, ਪਰ ਸਿਮਰਨ ਨੀਂਦ ਤੋਂ ਵੀ ਅਗਲੀ ਅਵਸਥਾ ਹੈ। ਉਹ ਕਹਿੰਦੇ ਵੀ ਗੁਰਸਿੱਖ ਜਿਹੜਾ ਨਾ ਜਦੋਂ ਨਾਮ ਜਪਦਾ, ਉਹਦੀ ਇੱਕ ਧੁਨ ਬਣ ਜਾਂਦੀ, ਇੱਕ ਆਵਾਜ਼ ਬਣ ਜਾਂਦੀ, ਲਗਾਤਾਰੀ ਲਗਾਓ ਵਿੱਚ, ਉਹਦੇ ਵਿੱਚ ਆਪਣਾ ਧਿਆਨ ਜੋੜ ਦਿੰਦਾ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਬ੍ਰਹਮ ਧਿਆਨ ਧੁਨ ਜਾਣੈ, ਜੰਤਰੀ ਜੰਤਰ ਵਜਾਏ। ਜਿਵੇਂ ਬਾਜਾ ਵਜਾਉਣ ਵਾਲਾ ਬਾਜਾ ਵਜਾਉਂਦਾ ਹੈ ਨਾ, ਗੁਰਮੁਖ ਆਪਣੇ ਅੰਦਰ ਸ਼ਬਦ ਦੀ ਦੁਹਰਾਈ ਦੇ ਨਾਲ ਇੱਕ ਧੁਨ ਪੈਦਾ ਕਰ ਲੈਂਦਾ, ਇੱਕ ਵਾਈਬ੍ਰੇਟ ਹੋ ਜਾਂਦਾ ਅੰਦਰੋਂ, ਉਹਦੇ ਅੰਦਰ ਲਗਾਤਾਰ ਉਹ ਸ਼ਬਦ ਗੂੰਜੀ ਜਾਂਦਾ ਤੇ ਉਹਦੇ ਵਿੱਚ ਧਿਆਨ ਲਾ ਕੇ ਟਿਕ ਜਾਂਦਾ ਹੈ। ਕਹਿੰਦੇ ਅਕਥ ਕਥਾ ਵਿਚਾਰ ਕੈ। ਅਕਥ ਤੇ ਕਥਨਾ, ਕਥਨ ਦਾ ਸੰਬੰਧ ਸ਼ਬਦਾਂ ਨਾਲ
ਤੇ ਅਕਥ ਦਾ ਮਤਲਬ ਜਿੱਥੇ ਕੋਈ ਸ਼ਬਦ ਨਹੀਂ ਰਹਿੰਦਾ। ਇੱਥੇ ਜਾ ਕੇ ਗੁਰਸਿੱਖ ਜਿਹੜਾ ਹੈ ਸ਼ਬਦਾਂ ਨੂੰ, ਅੱਖਰਾਂ ਨੂੰ ਪਾਰ ਕਰਕੇ ਨਿਸ਼ਬਦ ਵਿੱਚ, ਅੱਖਰ ਤੋਂ ਬਿਨਾਂ ਉਸ ਰਸ ਵਿੱਚ ਚਲਾ ਜਾਂਦਾ ਹੈ। ਕਹਿੰਦੇ ਉਸਤਤ ਨਿੰਦਾ ਵਰਜ ਰਹਾਏ। ਗੁਰਸਿੱਖੀ ਦੇ ਦੋ ਬਹੁਤ ਵੱਡੇ ਪਰਹੇਜ਼ ਧਿਆਨ ਦੇਣਾ। ਜਿਹੜੇ ਨਾਮ ਦੀ ਬਣੀ ਹੋਈ ਬਰਕਤ ਨੂੰ ਇਸ ਤਰ੍ਹਾਂ ਢਾਉਂਦੇ ਨੇ ਜਿਵੇਂ ਰੇਤ ਨੂੰ ਪਾਣੀ ਡੇਗ ਦਿੰਦਾ ਹੈ। ਉਹ ਕਿਹੜੀ ਚੀਜ਼ ਹੈ? ਇੱਕ ਛੱਲ ਵੱਜੀ ਉਸਤਤ ਦੀ। ਤੁਸੀਂ ਕਦੀ ਵੇਖੋਗੇ ਜਦੋਂ ਥੋੜ੍ਹਾ ਜਿਹਾ ਸਟੇਜ ਤੋਂ ਸਾਡਾ ਨਾਂ ਅਨਾਉਂਸ ਕੀਤਾ ਜਾਵੇ, ਫਲਾਣੇ ਨੇ ਬੜੀ ਸੇਵਾ ਕੀਤੀ, ਤੁਹਾਡੇ ਅੰਦਰ ਇੱਕ ਧੱਕਾ ਜਿਹਾ ਵੱਜੇਗਾ, ਲਹਿਰ ਜੀ ਵੱਜੇਗੀ। ਉਹਦੇ ਨਾਲ ਉਹਦੇ ਬਾਅਦ ਇੱਕਦਮ ਫਿੱਕਾਪਣ ਜਿਹਾ ਆ ਜਾਏਗਾ। ਉਹਨੇ ਤੋੜ ਦਿੱਤਾ ਉਸ ਚੀਜ਼ ਨੂੰ ਜਿਹੜੀ ਅੰਦਰ ਬਣੀ ਹੋਈ ਸੀ। ਜਿਵੇਂ ਨਿੰਦਿਆ ਨੁਕਸਾਨ ਕਰਦੀ ਹੈ, ਇਸ ਤਰ੍ਹਾਂ ਉਸਤਤ ਵੀ ਨੁਕਸਾਨ ਕਰਦੀ ਹੈ। ਇਸ ਲਈ ਸਤਿਗੁਰੂ ਨੇ ਕਿਹਾ ਨਿੰਦਿਆ ਤੋਂ ਤੂੰ ਘਬਰਾਉਣਾ ਨਹੀਂ ਤੇ ਉਸਤਤ ਨਾਲ ਹੰਕਾਰੀ ਨਹੀਂ ਹੋਣਾ। ਨਿੰਦਿਆ ਨੂੰ ਤੂੰ ਪ੍ਰਵਾਨ ਕਰ ਲੈ। ਇਹ ਇੱਕ ਕਸਵੱਟੀ ਤੇਰੇ ਜੀਵਨ ਦੀ, ਵੀ ਤੈਨੂੰ ਕੋਈ ਕੁਝ ਕਹਿੰਦਾ ਪਰ ਤੂੰ ਉਤੇਜਿਤ ਨਹੀਂ ਹੁੰਦਾ, ਤੇਰੇ ਅੰਦਰ ਕੋਈ ਛਲ ਨਹੀਂ ਆਉਂਦੀ। ਪਰ ਜੇ ਅਸੀਂ ਧੀਰਜ ਵਿੱਚ ਨਹੀਂ ਆਏ, ਸਭ ਤੋਂ ਪਹਿਲੀ ਨਿਸ਼ਾਨੀ, ਕਈ ਗੁਰਮੁਖ ਕੱਲ੍ਹ ਹੀ ਫੋਨ ਆਇਆ, ਕਹਿੰਦੇ ਬਾਣੀ ਤੇ ਪੜ੍ਹੀ ਦੀ ਪਰ ਕਹਿੰਦੇ ਗੁੱਸਾ ਆਉਂਦਾ, ਦੂਜਿਆਂ ਤੇ ਗੁੱਸਾ ਚੜ੍ਹਦਾ। ਮੈਂ ਕਿਹਾ ਵੀ ਹੁਣ ਇਹ ਧੀਰਜ, ਸਿੱਖੀ ਦਾ ਜਿਹੜਾ ਮੂਲ ਮੁੱਢ ਹੈ ਉਹ ਧੀਰਜ ਹੈ ਦੀ ਨੀਂਹ। ਇਹਦੇ ਉੱਤੇ ਸੰਤਤਾਈ ਦੀ ਕੰਧ ਹੋਣੀ ਹੈ ਪੈਦਾ। ਤੇ ਜਦੋਂ ਬੰਦਾ ਇਸ ਮਾਰਗ ਦੇ ਨੇੜੇ ਆਉਂਦਾ, ਤੁਸੀਂ ਵੇਖਿਆ ਹੋਵੇਗਾ ਜਦੋਂ ਨੀਂਹ ਰੱਖੀ ਜਾਂਦੀ ਹੈ ਨਾ, ਤੇ ਉਹਦੇ ਉੱਤੇ ਭਾਰ ਪਾ ਪਾ ਕੇ ਵਹਿੰਦੇ ਵੀ ਥੱਲੇ ਪੋਲਾ ਥਾਂ ਤੇ ਨਹੀਂ ਰਹਿ ਗਿਆ। ਮੈਂ ਕਹਿੰਦਾ ਵੀ ਜੇ ਕੋਈ ਬੰਦਾ ਅਭਿਆਸੀ ਜਿਹਨੂੰ ਗੁੱਸਾ ਆਉਂਦਾ ਤੇ ਜਾਣ ਕੇ ਗੁਰੂ ਚੜਾ ਕੇ ਵਹਿੰਦਾ ਵੀ ਭਲਾ ਉਤੇਜਿਤ ਹੋ ਕੇ ਗਾਲਾਂ ਕੱਢਦਾ ਕਿ ਨਹੀਂ ਕੱਢਦਾ, ਵੇਖੀ ਕਿੱਥੇ ਕੋਈ ਗਈ ਗੱਲ ਇਹਦੀ ਸੂਈ। ਤੇ ਜੇ ਥੋੜ੍ਹਾ ਜਿਹਾ ਕੋਈ ਕੋਲੋਂ ਲੰਘਿਆ ਤੇ ਸਾਧ ਸੰਗਤ ਥੋੜ੍ਹੀ ਜਿਹੀ ਅਰਕ ਲੱਗ ਗਈ ਤੇ ਸਿੱਖ ਕੱਪੜਿਆਂ ਤੋਂ ਬਾਹਰ ਹੋ ਗਿਆ, ਤੇ ਗੁਰੂ ਸਾਹਿਬ ਵੇਖ ਲੈਂਦੇ ਵੀ ਅਜੇ ਪੱਲੇ ਇਹਦੇ ਕੱਖ ਨਹੀਂ ਪਿਆ, ਅਜੇ ਇਹਨੂੰ ਹੋਰ ਕੰਮ ਕਰਨਾ ਚਾਹੀਦਾ। ਕਰ, ਅਜੇ ਤੇਰੀ ਨੀਂਹ ਦੇ ਵਿੱਚ ਪੋਲਾ ਪਾਣੇ, ਅਜੇ ਹੋਰ ਬਜਰੀ ਕੋਟੇ ਦੇ ਵਿੱਚ ਚੰਗੀ ਤਰ੍ਹਾਂ ਲੱਗਾ ਰਹੋ। ਮੈਂ ਤੈਨੂੰ ਅਖੀਰ ਤੇ ਚੰਗੀ ਤਰ੍ਹਾਂ ਭਾਰ ਪਾ ਕੇ ਵੇਖਣਾ ਵੀ ਜਦੋਂ ਅਗਲਾ ਕਹਿ ਜਾਏ ਅੱਕ ਕੇ, ਅਗਲਾ ਹੀ ਰੋ ਪਵੇ ਵੀ ਪਤਾ ਨਹੀਂ ਕਾਹਦਾ ਬਣਿਆ ਇਹਦੇ ਵਿੱਚ, ਤੇ ਕੋਈ ਹੁੰਦੀ ਨਹੀਂ ਗੱਲ ਪੈਦਾ। ਉਸ ਦਿਨ ਗੁਰੂ ਕਹੇਗਾ ਵੀ ਆ ਜਾ, ਹੁਣ ਤੇਰਾ ਕੰਮ ਨੇੜੇ ਲੱਗ ਗਿਆ। ਉਹਦੇ ਤੋਂ ਬਾਅਦ ਅਜੇ ਆਪਾਂ ਉਸ ਰਾਹ ਤੇ ਤੁਰੇ ਵੀ ਨਹੀਂ। ਇਸ ਕਰਕੇ ਇਹਦਾ ਅਰਥ ਕੋਈ ਇਹ ਨਾ ਸਮਝਣਾ ਵੀ ਉਹਦੀ ਅਣਖ ਖਤਮ ਹੋ ਜਾਂਦੀ। ਕਈ ਵਾਰੀ ਅਸੀਂ ਇਹ ਵੀ ਕਹਿ ਦਿੰਦੇ ਹਾਂ ਵੀ ਇਹ ਬੰਦਾ ਗਿਆ ਗੁਜ਼ਰਿਆ ਹੋ ਗਿਆ। ਉਹ ਸਾਧ ਸੰਗਤ ਜੀ, ਇੱਥੇ ਅਣਖ ਦੀ ਲੋੜ ਨਹੀਂ ਹੁੰਦੀ। ਅਣਖ ਵਾਲੀਆਂ ਥਾਵਾਂ ਹੋਰ ਨੇ, ਉੱਥੇ ਖੜੇ ਹੋਣਾ ਚਾਹੀਦਾ ਹੈ। ਆਪਣੀ ਗਲੀ ਦੇ ਵਿੱਚ ਤੇ ਸਾਰੇ ਅਣਖ ਵਾਲੇ ਨੇ। ਅਣਖ ਦੀ ਲੋੜ ਪੈਂਦੀ ਵੱਡੇ ਥਾਵਾਂ ਤੇ। ਇੱਥੇ ਚੁੱਲ੍ਹ ਦੇ ਦੁਆਲੇ ਅਣਖ ਨਹੀਂ ਚਾਹੀਦੀ, ਇੱਥੇ ਸਮਝਦਾਰੀ ਚਾਹੀਦੀ, ਧੀਰਜ ਤੇ ਟਿਕਾ ਚਾਹੀਦਾ। ਇੱਥੇ ਹਾਰ ਜਿੱਤ ਵਾਸਤੇ ਜ਼ੋਰ ਨਹੀਂ ਲਾਉਣਾ ਚਾਹੀਦਾ। ਇਸ ਕਰਕੇ ਕਹਿੰਦੇ ਉਸਤਤ ਨਿੰਦਾ ਵਰਜ ਰਹਾਏ, ਦੋਹਾਂ ਤੋਂ ਪਾਰ ਲੰਘ ਜਾਏ। ਫਿਰ ਕਹਿੰਦੇ ਗੁਰ ਉਪਦੇਸ਼ ਅਵੇਸ਼ ਕਰ, ਮਿੱਠਾ ਬੋਲਣ ਮਨ ਪਰਚਾਏ। ਗੁਰੂ ਕੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈ। ਅਵੇਸ਼ ਦਾ ਅਰਥ ਪ੍ਰਵੇਸ਼ ਕਰ ਜਾਏ, ਤੇ ਮਿੱਠ ਬੋਲੜਾ ਹੋਵੇ, ਫਿੱਕਾ ਨਾ ਬੋਲੇ, ਗਲਤ ਨਾ ਬੋਲੇ। ਇਹ ਪਰਹੇਜ਼ ਨੇ ਸਾਰੇ। ਕਿਉਂਕਿ ਸ਼ਬਦ ਜਿਹੜੇ ਨੇ ਨਾ, ਉਹ ਸਾਡੀ, ਜਿਹੜਾ ਖਾਸ ਕਰਕੇ ਧਰਮੀ ਬੰਦਾ ਹੈ, ਉਹਦੇ ਅੱਖਰਾਂ ਦਾ, ਉਹਦੀ ਆਵਾਜ਼ ਦਾ, ਉਹਦੇ ਸ਼ਬਦ ਦਾ ਕੰਟੈਕਟ ਸਿੱਧਾ ਉਸ ਖਜ਼ਾਨੇ ਨਾਲ ਹੁੰਦਾ ਜਿੱਥੇ ਨਾਮ ਦਾ ਖਜ਼ਾਨਾ ਟਿਕਿਆ ਹੁੰਦਾ। ਤੇ ਜੇ ਉਹ ਥੋੜ੍ਹਾ ਜਿਹਾ ਵੀ ਗਲਤ ਆ ਗਿਆ ਸ਼ਬਦ, ਉਹਨੇ ਉਹਨੂੰ ਤੋੜ ਦੇਣਾ, ਉਹ ਖਰਾਬ ਹੋ ਜਾਂਦਾ ਸਾਰਾ ਕੁਝ। ਫਿਰ ਪਰਤ ਕੇ ਉਹਨੂੰ ਠੀਕ ਕਰਨਾ ਪੈਂਦਾ। ਇਸ ਕਰਕੇ ਕਹਿੰਦੇ ਵੀ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਗਲਤ ਨਹੀਂ ਬੋਲਦਾ। ਤਾਂ ਫਿਰ ਕਹਿੰਦੇ ਜਾਏ ਮਿਲਣ ਗੁੜ ਕੀੜਿਆਂ, ਰੱਖੇ ਰੱਖਣ ਹਾਰ ਲੁਕਾਏ। ਭਾਈ ਸਾਹਿਬ ਨੇ ਇੱਕ ਬੜੀ ਸੋਹਣੀ ਇੱਥੇ ਉਦਾਹਰਨ ਦਿੱਤੀ ਹੈ। ਕਹਿੰਦੇ ਜਾਏ ਮਿਲਣ ਗੁੜ ਕੀੜਿਆਂ। ਕਿਸੇ ਬੰਦੇ ਨੇ ਗੁੜ ਖਰੀਦ ਕੇ ਲਿਆਂਦਾ, ਉਹਨੂੰ ਖਤਰਾ ਸੀ ਵੀ ਇਹਨੂੰ ਕਿਤੇ ਕੀੜੇ ਕੀੜੀਆਂ ਨਾ ਚੜ੍ਹ ਜਾਣ। ਉਹਨੇ 3-4 ਕੱਪੜਿਆਂ ਵਿੱਚ ਵਲੇਟ ਕੇ ਨਾ, ਤੇ ਉਹ ਜਿਹੜਾ ਗੁੜ ਸੀ ਨਾ, ਆਪਣੇ ਛੱਤ ਦੀ ਜਿੱਥੇ ਪੱਖਾ ਸੀ ਉਹਦੇ ਕੁੰਡੇ ਨਾਲ ਉਹ ਕੱਪੜਾ ਬੰਨ੍ਹ ਦਿੱਤਾ ਵੀ ਇੱਥੇ ਤਾਂ ਨਹੀਂ ਕੀੜਾ ਚੜ੍ਹੇਗਾ ਕੋਈ। ਪਰ ਉਹਨੂੰ ਪਤਾ ਨਹੀਂ ਵੀ ਗੁੜ ਭਾਵੇਂ ਕਿੱਥੇ ਰੱਖ ਦਿਓ, ਕੀੜਿਆਂ ਨੂੰ ਪਤਾ ਲੱਗ ਜਾਂਦਾ। ਕੀੜਿਆਂ ਨੇ ਕੰਧ ਦੇ ਨਾਲ ਨਾਲ ਲਾਈਨ ਬਣਾਈ, ਚੜ੍ਹੇ ਛੱਤ ਤੇ, ਉੱਥੇ ਗਏ ਤੇ ਸਿੱਧੇ ਜਾ ਕੇ ਉਹਨੇ ਸਵੇਰੇ ਖੋਲ੍ਹ ਕੇ ਵੇਖਿਆ ਸਾਰਾ ਕੀੜਿਓ ਕੀੜੀ ਹੋਇਆ। ਭਾਈ ਗੁਰਦਾਸ ਜੀ ਨੇ ਇਹਦੇ ਵਿੱਚ ਨਾ ਇੱਕ ਬਹੁਤ ਵੱਡੀ ਉਦਾਹਰਨ ਦਿੱਤੀ ਹੈ। ਉਹ ਕਹਿੰਦੇ ਵੀ ਗੁਰਮਤਿ ਦੇ ਵਿੱਚ ਜਿਹੜਾ ਸਾਧੂ ਹੈ ਨਾ, ਗੁਰੂ ਦਾ,
ਗੁਰਸਿੱਖ ਗੁਰਮੁਖ ਹੈ, ਸੰਤ ਹੈ। ਉਹ ਸੰਤ ਨੂੰ ਭਾਵੇਂ ਤੁਸੀਂ ਕਿਤੇ ਬਿਲਕੁਲ ਪਿਛਲੇ ਪਾਸੇ ਡੱਕਦੇ ਹੋ ਲਿਜਾ ਕੇ ਵੀ ਇਹਨੂੰ ਮਿਲੇ ਕੋਈ ਨਾ, ਕਿਤੇ ਇਹ ਨਾ ਬਣ ਜਾਏ ਅੱਗੋਂ ਇੱਥੋਂ ਦਾ, ਪਿੱਛੇ ਰੋਕ ਦਿਓ ਉਹਨੂੰ ਬਿਲਕੁਲ ਪਿੱਛੇ ਰੱਖ ਦਿਓ। ਕਹਿੰਦੇ ਨੇ ਕੀੜਿਆਂ ਦਾ ਇੱਥੇ ਉਦਾਹਰਨ ਹੈ, ਕਹਿੰਦੇ ਵੀ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਨਾ ਉਹ ਮਿੱਠੇ ਵਾਲੀ ਸੁਗੰਧੀ ਆਪੇ ਹੀ ਉਹਨੂੰ ਕੀੜਿਆਂ ਨੂੰ ਆ ਜਾਂਦੀ, ਉੱਥੇ ਗੁਰਸਿੱਖ ਆਪੇ ਪਹੁੰਚ ਜਾਂਦੇ ਲੱਭਦੇ ਲੱਭਦੇ। ਜਿਹੜੀ ਥਾਂ ਤੇ ਗੁੜ ਹੋਵੇਗਾ ਕੀੜੀਆਂ ਉੱਥੇ ਆਪੇ ਚਲੇ ਜਾਣਾ, ਉਹਨੂੰ ਬਾਹਰ ਪ੍ਰਗਟ ਨਹੀਂ ਕਰਨਾ ਪੈਣਾ। ਤੇ ਜੇ ਗੁੜ ਦਾ ਰਬੜ ਦਾ ਗੁੜ ਬਣਾਇਆ ਹੈ ਜਾਂ ਗੁੜ ਦੀ ਤਸਵੀਰ ਬਣਾਈ ਹੈ, ਭਾਵੇਂ ਉਹਨੂੰ ਸਾਹਮਣੇ ਰੱਖ ਦਿਓ, ਕੀੜਿਆਂ ਦੇ ਵਿੱਚ ਸਿੱਟੋ ਜਾ ਕੇ, ਉਹ ਥੋੜ੍ਹਾ ਜਿਹਾ ਨੇੜੇ ਹੋਣਗੇ ਵੀ ਲੱਗਦਾ ਤੇ ਗੁੜ ਹੈ, ਫਿਰ ਕੀੜੇ ਵਿਚਾਰੇ ਨਿਰਾਸ਼ ਜਿਹੇ ਹੋ ਕੇ ਪਰਾਂ ਚਲੇ ਜਾਣਗੇ। ਇਸ ਤਰ੍ਹਾਂ ਜਿਹੜੇ ਨਕਲੀ ਸੰਤ ਨੇ ਨਾ, ਨਕਲੀ ਸਾਧ ਨੇ, ਕੋਈ ਵੀ ਨਕਲੀ ਹੋਵੇ, ਸਾਧ ਸੰਗਤ ਜੀ ਉਹ ਰਬੜ ਦੇ ਗੁੜ ਨੇ। ਕੀੜੇ ਜਿਹੜੇ ਨੇ ਗੁੜ ਲੱਭ ਹੀ ਲੈਂਦੇ ਨੇ, ਰੱਖੇ ਰੱਖਣ ਹਾਰ ਲੁਕਾਏ, ਭਾਵੇਂ ਕੋਈ ਕਿੰਨਾ ਲੁਕਾ ਕੇ ਰੱਖ ਲੈ, ਪਰ ਉਹ ਗੁੜ ਬਣਨਾ ਸੌਖਾ ਨਹੀਂ। ਭਾਈ ਗੁਰਦਾਸ ਕਹਿੰਦੇ ਗੰਨਾ ਹੋਏ ਕੋਲੂ ਪਿੜਾਏ। ਗੁੜ ਤਾਂ ਬਣਿਆ, ਪਹਿਲਾਂ ਗੰਨੇ ਨੇ ਆਪਣਾ ਆਪ ਕੋਲੂ ਦੇ ਵਿੱਚ ਪਿਲਾ ਦਿੱਤਾ, ਪੱਛੀਆਂ ਪੱਛੀਆਂ ਹੋ ਗਈਆਂ। ਫਿਰ ਉਹ ਕੜਾਹੇ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਬਾਲਿਆ, ਬਹੁਤ ਵੱਡੀ ਤਤਿਖਿਆ ਦੇ ਵਿੱਚੋਂ ਲੰਘ ਕੇ ਗੁੜ ਬਣਿਆ। ਇਸ ਕਰਕੇ ਜਿੰਨੀ ਵੱਡੀ ਉਹਦੀ ਕਦਰ ਹੈ, ਉਨੀ ਵੱਡੀ ਉਹਦੀ ਪ੍ਰੀਖਿਆ ਵੀ, ਖਿਆਲ ਰੱਖਣਾ। ਉਹਦੇ ਵਿੱਚੋਂ ਜਦੋਂ ਪਾਰ ਨਿਕਲੇਗਾ ਫਿਰ ਉਹਦਾ ਮੁੱਲ ਵੱਧਦਾ। ਇਸ ਘਰ ਦੇ ਵਿੱਚ ਭਾਈ ਗੁਰਦਾਸ ਜੀ ਇਹਨਾਂ ਸ਼ਬਦਾਂ ਦੇ ਵਿੱਚ ਇਹ ਇੱਕ ਗੁਰਮੁਖ ਦੀ ਸਾਧਨਾ ਸਿੱਖਿਆ ਕਹਿ ਰਹੇ ਨੇ।